Gentlemen, my name is Gary Singh Grewal from NRA Press Club and NRA News Media, NRApress.com. Welcome to all our guests and participants for today's hot topic on February 6, 2022. Our hot topic is today, thousands of truckers block Ottawa to Toronto in freedom convoy to protest vaccine mandates, because the government is making a pressure that everybody has to be vaccinated. So that's the reason truckers are following it. They don't want it. Loud truckers protest to disrupt Ottawa and other cities. Now, question comes, why Canadian truckers are protesting in Ottawa? We have two gentlemen highly involved in trucking industry, and they are also involved in Ottawa also. Let me go to Mr. Sandhu ji. Sandhu Saab, go ahead, please. 3 minutes. Thank you. जी ਧੰਨਵਾਦ ਗਰੇਵਾਲ ਸਾਹਿਬ। ਮੈਂ ਸੁਖਰਾਜ ਸਿੰਘ ਸੰਧੂ ਇੱਥੋਂ ਟੋਰਾਂਟੋ ਤੋਂ ਹਾਂ ਤੇ ਕਿਉਂਕਿ ਆਪਾਂ ਇਸ ਫਰੀडम ਕਨਵੋਏ ਨੂੰ ਆਪਣੀ ਐਸੋਸੀਏਸ਼ਨ ਵੱਲੋਂ ਜਿਹੜੀ ਕਿ AZ ਕੈਨੇਡੀਅਨ ਟਰੱਕਰਸ ਐਸੋਸੀਏਸ਼ਨ ਆ, ਅਸੀਂ ਪੂਰੀ ਇਸ ਫਰੀडम ਕਨਵੋਏ ਦੀ ਜਿਹੜੀ ਆ ਉਹ ਸਪੋਰਟ ਕੀਤੀ ਆ ਇੱਥੇ ਕੈਨੇਡਾ ਦੇ ਵਿੱਚ। ਕਿਉਂਕਿ ਜਿਸ ਤਰ੍ਹਾਂ ਪੈਂਡੈਮਿਕ ਦੇ ਵਿੱਚ, ਜੇ ਮੈਂ ਪਿੱਛੇ 2020 ਦੇ ਵਿੱਚ ਜਦੋਂ ਪੈਂਡੈਮਿਕ ਪੂਰੇ ਜ਼ੋਰਾਂ ਤੇ ਸੀ ਇੱਥੇ ਟੋਰਾਂਟੋ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਮੈਂ ਕਹਿ ਲਾਂ ਕੈਨੇਡੀਅਨ ਟਰੱਕਰਸ ਨੇ ਦਿਨ ਰਾਤ ਮਿਹਨਤ ਕਰਕੇ ਬਿਲਕੁਲ ਜਿਹੜੀਆਂ ਆ ਹਰ ਤਰ੍ਹਾਂ ਦੀ ਸਪਲਾਈ ਚੇਨ ਨੂੰ, ਜਿਹੜੀਆਂ ਆ ਫੂਡ ਤੋਂ ਲੈ ਕੇ ਗਰੋਸਰੀ ਐਵਰੀਥਿੰਗ ਜਿਹੜਾ ਆ ਉਸ ਵੇਲੇ ਪੂਰਾ ਇੱਕ ਦਿਨ ਆਪਣੀ ਬਿਲਕੁਲ ਮੈਂ ਕਹਾਂ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਦੋਂ ਸਰਵ ਕੀਤਾ ਕੰਟਰੀ ਨੂੰ, ਜਿਹੜਾ ਕਿ ਸਾਡਾ ਫਰਜ਼ ਵੀ ਬਣਦਾ ਸੀ। ਔਰ ਪਰ ਸਰਕਾਰਾਂ ਦੀ ਨੈਗਲੀਜੈਂਸੀ ਉਦੋਂ ਵੀ ਰਹੀ ਸੀ ਸਾਡੇ ਨਾਲ, ਕਿਉਂਕਿ ਸਾਨੂੰ ਮੁਫਤ ਦੇ ਹੀਰੋ ਤਾਂ ਬਣਾ ਦਿੱਤਾ ਗਿਆ ਸੀ। ਵੱਡੇ ਵੱਡੇ ਬਿਲ ਬੋਰਡਸ ਤੇ ਸਾਡੀਆਂ ਫੋਟੋ ਤਾਂ ਲਾਤੀਆਂ ਗਈਆਂ ਸੀ, ਬਟ ਸਾਨੂੰ ਉਸ ਵੇਲੇ ਵੀ ਵੈਕਸੀਨ ਨੂੰ ਲੈ ਕੇ ਪ੍ਰਾਇਓਰਟੀ ਨੂੰ ਲੈ ਕੇ ਸਾਨੂੰ ਪ੍ਰਾਇਓਰਟੀ ਬੇਸ ਤੇ ਵੈਕਸੀਨ, ਈਵਨ ਕਿ ਸਾਡੇ ਤਾਂ ਵਾਸ਼ਰੂਮ ਤੱਕ ਜਿਹੜੇ ਆ ਔਨ ਰੂਟਸ ਦੇ ਉੱਤੇ ਬੰਦ ਕਰ ਦਿੱਤੇ ਗਏ ਸੀਗੇ, ਸਾਨੂੰ ਉੱਥੇ ਤੱਕ ਵੀ ਜਾਣ ਦੀ ਇਜਾਜ਼ਤ ਨਹੀਂ। ਉਹਦੇ ਬਾਵਜੂਦ ਵੀ ਮੈਂ ਮਾਣ ਮਹਿਸੂਸ ਕਰਦਾ ਆਪਣੇ ਟਰੱਕਰ ਭਾਈਚਾਰੇ ਦੇ ਉੱਤੇ, ਕੈਨੇਡੀਅਨ ਟਰੱਕਰਸ ਦੇ ਉੱਤੇ, ਕਿ ਉਹਨਾਂ ਨੇ ਫਿਰ ਵੀ ਕੰਟਰੀ ਨੂੰ ਸਰਵ ਕੀਤਾ। ਔਰ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੇ ਆਲਮੋਸਟ 2 ਵੀਕਸ ਤੋਂ ਜਿਹੜਾ ਇੱਕ ਫਰੀडम ਕਨਵੋਏ ਦੇ ਨਾਂ ਹੇਠ ਜਿਹੜਾ ਟਰੱਕਰ ਨੂੰ, ਤੁਹਾਨੂੰ ਯਾਦ ਹੋਵੇ ਕਿ ਕੈਨੇਡਾ ਗਵਰਨਮੈਂਟ ਨੇ ਇੱਕ ਸਟੈਪ ਲਿਆ ਸੀ ਮੈਂਡੇਟ ਦਾ, ਕਿ ਹਰ ਇੱਕ ਟਰੱਕਰ ਨੂੰ ਜਿਹੜਾ ਆ ਵੈਕਸੀਨੇਟ ਹੋਣਾ ਪਊਗਾ। ਔਰ ਮੈਂ ਇਹ ਵੀ ਗੱਲ ਨਾਲ ਦੱਸਦਾ ਚਲਾਂ ਕਿ 90% ਗਵਰਨਮੈਂਟ ਦੇ ਸਟੈਟਿਕਸ ਦੇ ਮੁਤਾਬਕ ਜਿਹੜਾ ਟਰੱਕਰ ਆ ਉਹ ਵੈਕਸੀਨੇਟ ਆ। ਫਿਰ ਇਹ 10% ਦੇ ਪਿੱਛੇ ਐਡਾ ਹੋ ਹੱਲਾ ਗਵਰਨਮੈਂਟਸ ਨੂੰ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਗਵਰਨਮੈਂਟਸ ਦੀਆਂ ਇਸ ਮੈਂਡੇਟ ਨੂੰ ਲੈ ਕੇ ਆਪਣੀਆਂ ਜਿਹੜੀਆਂ ਡਬਲ ਪਾਲਿਸੀਜ਼, ਡਬਲ ਸਟੈਂਡਰਡਸ ਰਹੇ ਆ ਕੈਨੇਡਾ ਦੇ ਵਿੱਚ। ਔਰ ਮੈਂ ਅੱਗੇ ਚੱਲ ਕੇ ਉਹਨੂੰ ਬਿਲਕੁਲ ਵਿਸਤਾਰ ਸਹਿਤ ਦੱਸੂਗਾ ਕਿ ਕਿੱਦਾਂ ਗਵਰਨਮੈਂਟਸ ਜਿਹੜੀਆਂ ਉਹ ਬੈਕ ਸਟੈਪ ਹੁੰਦੀਆਂ ਆ ਇਹਨਾਂ ਮੈਂਡੇਟਸ ਨੂੰ ਲੈ ਕੇ। ਸੋ ਇਹ ਜਿਹੜੀ ਇਸ ਵੇਲੇ ਕਨਵੋਏ ਚੱਲ ਰਿਹਾ ਆ, ਇਸ ਵੇਲੇ ਬਿਗ ਜਿਹੜੇ ਪ੍ਰੋਟੈਸਟ ਆ, ਜਿਹੜੇ ਕਿ ਆਟਵਾ ਦੇ ਵਿੱਚ ਜਿਹੜੇ ਆ ਲਾਸਟ 29 ਜਨਵਰੀ ਨੂੰ ਉੱਥੇ ਕਾਲ ਸੀ, ਔਰ 50,000 ਤੋਂ ਵੱਧ ਉੱਥੇ ਪਾਰਟੀਸਪੈਂਟ ਜਿਹੜੇ ਸੀਗੇ। ਅੱਜ ਵੀ ਉਹਨਾਂ ਦੀਆਂ ਗਲੀਆਂ ਦੇ ਵਿੱਚ ਬਲੌਕ ਆ। ਉੱਥੇ ਇੱਕ ਕੈਨੇਡੀਅਨਸ ਦੀ ਜਿਹੜੀ ਐਨਰਜੀ ਆ ਉਹ ਬਿਨਾਂ ਗੱਲ ਤੋਂ ਵੇਸਟ ਕੀਤੀ ਜਾ ਰਹੀ ਆ। ਔਰ ਕੱਲ ਟੋਰਾਂਟੋ ਦੇ ਵਿੱਚ ਬਹੁਤ ਵੱਡਾ ਟਰੱਕਰਸ ਦਾ ਪ੍ਰੋਟੈਸਟ ਸੀ। ਬੇਸ਼ੱਕ ਕਿ ਸਰਕਾਰਾਂ ਦਾ ਜ਼ੋਰ ਲੱਗਾ ਪਿਆ ਆ, ਬਿਲਕੁਲ ਇੱਥੇ ਮੀਡੀਆ ਦਾ ਜ਼ੋਰ ਲੱਗਾ ਪਿਆ ਇੱਕ ਪਾਸੇ ਹੋ ਕੇ ਇਹਨਾਂ ਨੂੰ ਬਦਨਾਮ ਕਰਨ ਲਈ ਟਰੱਕਰ ਕਨਵੋਏ ਨੂੰ। ਬੇਸ਼ੱਕ ਇਹਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਕੁਛ ਐਲੀਮੈਂਟ ਜੁੜੇ ਸੀਗੇ, ਜਾਂ ਗੋ ਫੰਡਮੀ ਨੂੰ ਲੈ ਕੇ ਕੁਛ ਚਿਹਰੇ ਚਰਚਿਤ ਹੋਏ, ਜਾਂ ਜਿਸ ਤਰ੍ਹਾਂ ਗੋ ਫੰਡਮੀ ਨੂੰ ਇਸ ਚਾਰਟਰ ਆਫ ਰਾਈਟਸ ਕਹਿਣ ਵਾਲੇ ਕੰਟਰੀ ਦੇ ਵਿੱਚ ਜਿਹੜਾ ਆ ਉਹ ਬਲੌਕ ਕੀਤਾ ਗਿਆ। ਇੱਕ ਬੜੀ ਸ਼ਰਮ ਵਾਲੀ ਗੱਲ ਆ ਇਹ ਕਿ ਪ੍ਰੋਟੈਸਟਰ ਨੂੰ ਇੱਦਾਂ ਦੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਚਾਰਟਰ ਆਫ ਰਾਈਟਸ ਦਾ ਲੰਬਰਦਾਰ ਕਹਿੰਦਾ ਆ, ਤੇ ਉੱਥੇ ਇੱਦਾਂ ਦੀਆਂ ਜਿਹੜੀਆਂ ਆ ਉਹ ਆਪਾਂ ਨੂੰ ਜਿਹੜੀਆਂ ਖਬਰਾਂ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਔਰ ਮੈਂ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਆ, ਹੁਣ ਪ੍ਰੋਟੈਸਟਰ ਨੇ, ਟਰੱਕਰ ਨੇ ਅੱਜ ਪੋਰਟ ਹਿਊਰਨ ਦਾ ਸਾਰਨੀਆ ਦਾ ਬਾਰਡਰ ਵੀ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ। ਜੀ ਗਰੀ ਜੀ, ਵੈਰੀ ਗੁੱਡ। ਉਹਨਾਂ ਨੇ ਜਿਹੜੇ $10 ਮਿਲੀਅਨ ਇਕੱਠਾ ਹੋਇਆ ਸੀ, ਦੇ ਟਰਾਈ ਟੂ ਗਿਵ ਰਿਫੰਡ ਟੂ ਦਾ ਪੀਪਲ, ਔਰ ਦੇ ਆਰ ਤੁਸੀਂ ਕਹਿੰਦੇ ਬਲੌਕ ਕਰਤਾ ਹੈਗਾ ਕਿ ਫੰਡ ਰੇਜ਼ ਗੁੱਡ ਸਿਸਟਮ ਦੇ ਵਿੱਚ? ਜੀ ਬਿਲਕੁਲ, ਕਿਉਂਕਿ ਮੈਂ ਥੋੜਾ ਜਿਹਾ ਤੇ ਚਾਨਣਾ ਪਾ ਦਿਆਂ ਕਿ ਗੋ ਫੰਡ ਮੀ ਨੂੰ ਉਹਦੇ ਵਿੱਚ ਲੀਡ ਕਰਨ ਵਾਲਾ ਇੱਕ ਬੜਾ ਚਰਚਿਤ ਜਾਂ ਕੰਟਰੋਵਰਸ਼ੀਅਲ ਆਪਾਂ ਮੈਂ ਕਹਿ ਦਿਆਂ ਕਿ ਇੱਕ ਨਾਂ ਹੈਗਾ ਆ। ਜੇ ਆਪਾਂ ਜਿੰਨੇ ਆਪਾਂ ਪਾਰਟੀਸਪੈਂਟ ਜੁੜੇ ਜਾਂ ਤੁਹਾਡੇ ਦਰਸ਼ਕਾਂ ਜਾਂ ਸਰੋਤਿਆਂ ਨੂੰ ਪਤਾ ਹੋਵੇ, ਟਮਾਰਾ ਲਿਚ ਉਹ ਇੱਕ ਚਰਚਿਤ ਨਾਂ ਆ
ਕੈਨੇਡੀਅਨ ਪੋਲਿਟਿਕਸ ਦੇ ਵਿੱਚ ਜਾਂ ਕੈਨੇਡੀਅਨ ਦੇ ਆਪਾਂ ਕਹਿ ਲਈਏ ਸੈਪਰੇਟਰ ਕਹਿ ਲਈਏ ਕਿ ਅਲਬਰਟਾ ਦੇ ਵਿੱਚ ਇੱਕ ਪਿਛਲੇ ਸਮੇਂ ਦੇ ਵਿੱਚ ਇੱਕ ਆਵਾਜ਼ ਉੱਠੀ ਸੀਗੀ ਕੈਨੇਡਾ ਤੋਂ ਸੈਪਰੇਟ ਹੋਣ ਲਈ ਕਿ ਉਹ ਆਪਣੀ ਇੱਕ ਨੇਸ਼ਨ ਨੂੰ ਲੈ ਕੇ ਵੱਖਰਾ ਹੋਣਾ ਚਾਹੁੰਦੇ ਸੀਗੇ। ਔਰ ਉਹ ਈਵਨ ਕਿ ਇੱਥੋਂ ਤੱਕ ਵੀ ਉਸ ਵੇਲੇ ਆਵਾਜ਼ਾਂ ਉੱਠੀਆਂ ਸੀ ਕਿ ਉਹ ਸ਼ਾਇਦ ਅਮਰੀਕਾ ਦੇ ਵਿੱਚ ਆਪਣੇ ਆਪ ਨੂੰ ਅਲਬਰਟਾ ਦਾ ਪਾਰਟ ਜਿਹੜਾ ਆ ਉਹਨੂੰ ਲੈ ਕੇ ਜਾਣਾ ਚਾਹੁੰਦੇ ਸੀਗੇ। ਸੋ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਸੀਗੇ, ਇੱਦਾਂ ਦੇ ਨਾਂ ਜਿਹੜੇ ਚਰਚਾ ਸੀਗੇ, ਕੰਟਰੋਵਰਸ਼ੀਅਲ ਰਹੇ ਸੀਗੇ। ਔਰ ਇਸੇ ਕਰਕੇ ਜਿਹੜਾ ਆ ਇੱਥੇ ਕੁਛ ਜ਼ਿਆਦਾ ਜਿਹੜਾ ਇਹ ਫੰਡ ਆ ਜਿਹੜਾ ਜਦੋਂ ਫਰੀडम ਕਨਵੋਏ ਦਾ ਟਰੱਕਰਸ ਦਾ ਨਾਂ ਦਿੱਤਾ ਗਿਆ ਤੇ ਇਹ ਇੱਕ ਆਮ ਲੋਕਾਂ ਵੱਲੋਂ, ਇੱਕ ਆਮ ਕੈਨੇਡੀਅਨ ਵੱਲੋਂ ਜਿਹੜਾ ਇਸ ਪੈਂਡੈਮਿਕ ਦੇ ਵਿੱਚ ਇਸ ਮੈਂਡੇਟ ਤੋਂ ਪੀੜਤ ਆ, ਜਿਹੜਾ ਇਹ ਧੱਕੇਸ਼ਾਹੀ ਤੋਂ ਪੀੜਤ ਆ, ਜਿਹੜਾ ਫਰੀडम ਨੂੰ ਲੈ ਕੇ ਉਹਨਾਂ ਲੋਕਾਂ ਵੱਲੋਂ ਮੈਜੋਰਟੀ ਤੌਰ ਤੇ ਇਹ ਜਿਹੜਾ ਫੰਡ ਆ ਔਰ ਇੰਨੀ ਤੇਜ਼ੀ ਨਾਲ, ਔਰ ਇਹ ਸ਼ਾਇਦ ਮੈਂ ਕਹਿ ਦਿਆਂ ਕਿ GoFundMe ਦੀ ਹਿਸਟਰੀ ਦੇ ਵਿੱਚ ਇਹ ਪਹਿਲਾ ਐਡਾ ਵੱਡਾ ਫੰਡ ਹੈ ਇੰਨੇ ਸ਼ਾਰਟ ਪੀਰੀਅਡ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਇਕੱਠੇ ਹੋ ਜਾਣਾ। ਪਰ ਹੁਣ ਜਿਹੜੀਆਂ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਆ ਉਹ ਜਿਹੜਾ ਫੰਡ ਹੈ ਇਹਨਾਂ ਦੇ ਜਿਨ੍ਹਾਂ ਨੇ ਡੋਨੇਟ ਕੀਤਾ ਸੀ ਉਹਨਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰਾਂ ਨੇ ਆਪਣੇ ਤੌਰ ਦੇ ਉੱਤੇ ਇਹਦੇ ਵਿੱਚ ਬਹੁਤ ਸਾਰੇ ਹੋਰ ਐਲੀਮੈਂਟਸ ਦੇ ਨਾਂ ਐਨੋਮੀਨਸ ਜੋੜ ਦਿੱਤੇ ਗਏ, ਜਿਨ੍ਹਾਂ 'ਚ US ਦਾ ਨਾਂ ਵੀ ਆ ਰਿਹਾ ਕਿ ਉਹਨਾਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ ਇਹਨੂੰ बढ़ावा देने ਲਈ। ਰਸ਼ੀਆ ਤੱਕ ਦਾ ਨਾਂ ਜਿਹੜਾ ਆ ਉਹ ਗਾਏ ਬਗਾਏ ਸੁਣਨ ਨੂੰ ਮਿਲ ਰਿਹਾ। ਪਰ ਇਹ ਕੈਨੇਡੀਅਨਸ ਦੀ, ਆਮ ਕੈਨੇਡੀਅਨਸ ਦੀ, ਹੱਕਾਂ ਦੇ ਮੋਹਰੇ ਖੜਨ ਵਾਲੇ ਕੈਨੇਡੀਅਨਸ ਦੀ ਇਹ ਜਿਹੜੀ ਆ ਫਾਈਟ ਆ। ਔਰ ਇਹ ਵੀ ਮੈਂ ਦੱਸਦਾ ਚਲਾਂ, ਇਹ ਫੰਡ ਫਰੀਜ਼ ਹੋਣ ਤੋਂ ਬਾਅਦ ਇੱਕ ਹੋਰ ਸੰਸਥਾ ਜਿਹੜੀ ਉਹਨੇ ਫੰਡ ਕ੍ਰੀਏਟ ਕਰਕੇ ਉਹ ਵੀ 2 ਮਿਲੀਅਨ ਤੱਕ ਪਹੁੰਚ ਚੁੱਕਾ ਆ। ਓਕੇ, ਆਈ ਵਿਲ ਕਮ ਬੈਕ। ਸਤਨਾਮ ਜੀ, ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਜਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ। ਸਤਨਾਮ ਜੀ। ਜੀ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜਿੰਨੇ ਵੀ ਮੈਂਬਰ ਸਾਹਿਬਾਨ ਸੁਣਦੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ ਔਰ ਇਸ NRI ਨਿਊਜ਼ ਦੇ ਵਿੱਚ ਸਾਨੂੰ ਮੌਕਾ ਦੇਣ ਲਈ ਉਹਨਾਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ। ਜਿੰਨੇ ਵੀ ਮੈਂਬਰ ਸਾਹਿਬਾਨ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਹ ਜਿਹੜਾ ਕਨਵੇ ਤੁਰਿਆ ਜੀ, ਜਿੱਥੋਂ ਕਿ ਮੈਂਡੇਟ ਡੇਟ ਤੋਂ ਇਹ ਗੱਲਬਾਤ ਸ਼ੁਰੂ ਹੋ ਗਈ ਆ, ਪਹਿਲਾਂ ਇੱਕ ਵਾਰੀ ਗਵਰਨਮੈਂਟ ਨੇ ਕਹਿੰਦੇ ਵੀ ਅਸੀਂ ਗਲਤ ਨਿਊਜ਼ ਜਿਹੜੀ ਆ ਉਹ ਸੈਂਡ ਕਰਤੀ ਵੀ ਮੈਂਡੇਟ ਨਹੀਂ ਹੈਗਾ, ਕਿਉਂਕਿ ਮੈਂ ਵੀ ਪਿਛਲੇ ਤਕਰੀਬਨ 16 ਸਾਲ ਤੋਂ ਬਾਰਡਰ ਕ੍ਰਾਸ ਕਰਦਾ US ਦਾ। ਤੇ ਅੱਜ ਤੱਕ ਜਦੋਂ ਤੋਂ ਇਹ ਮਤਲਬ ਜਿੰਨੀ ਦੇਰ ਤੇ ਕਰੋਨਾ ਦਾ ਇਹ ਬਹੁਤ ਕਹਿੰਦੇ ਵੀ ਪ੍ਰਭਾਵ ਪੈ ਰਿਹਾ ਜੀ, ਆ ਗਿਆ ਜੀ, ਹਨਾ। ਸੋ 2020 ਤੋਂ ਮੈਨੂੰ ਹੁਣ ਯਾਦ ਆ ਕਿ ਮਾਰਚ ਤੋਂ ਇਹ ਸਾਡੇ ਇੱਥੇ ਕੈਨੇਡਾ ਦੇ ਵਿੱਚ ਸਟਾਰਟ ਹੋਇਆ। ਤੇ ਜਦੋਂ ਉਹ ਪੂਰੇ ਐਨ ਮਤਲਬ ਆਪਣੇ ਪੂਰੇ ਸਿਖਰਾਂ ਤੇ ਕਰੋਨਾ ਆਇਆ ਇਸ ਕੰਟਰੀ ਦੇ ਵਿੱਚ, ਤਾਂ ਉਸ ਟਾਈਮ ਵੀ ਅਸੀਂ ਜੇ ਮੈਂ ਜ਼ਿਆਦਾ ਨਹੀਂ ਕਹਿੰਦਾ ਤਾਂ 10-15 ਦਿਨ ਮੈਨੂੰ ਲੱਗਦਾ ਜੇ ਡਰ ਕੇ ਬਹਿ ਗਿਆ ਹੋਈਏ ਕਿ ਪਤਾ ਨਹੀਂ ਕਿਹੜੀ ਚੀਜ਼ ਆ ਗਈ ਹੈ ਨਾ। ਤੇ ਉਸ ਟਾਈਮ ਵੀ ਅਸੀਂ ਹਟੇ ਨਹੀਂ ਸੀਗੇ, ਪਰ ਫਿਰ ਵੀ ਅਸੀਂ ਦੇਖਿਆ ਵੀ ਜਿਹੜੇ ਅਮਰੀਕਾ ਨੇ ਵੀ ਉਸ ਟਾਈਮ ਆਪਣੇ ਜਿੰਨੇ ਵੀ ਰੈਸਟ ਏਰੀਆਜ਼ ਨੇ ਜਾਂ ਟਰੱਕ ਸਟਾਪਸ ਨੇ ਉੱਥੇ ਵਾਸ਼ਰੂਮ ਜਾਂ ਉਹ ਚੀਜ਼ਾਂ ਬੰਦ ਕਰਤੀਆਂ। ਉਹਨਾਂ ਕਾਰਨਾਂ ਕਰਕੇ ਹੀ ਟਰੱਕਾਂ ਵਾਲੇ ਜਿਹੜੇ ਉਸ ਦਰਮਿਆਨ ਖੜ ਗਏ ਸੀ। ਪਰ ਜੇ ਆਪਾਂ ਇਹ 2 ਸਾਲ ਜਿੰਨਾ ਵੀ ਇਹ ਸਮਾਂ ਹੋ ਗਿਆ ਚੱਲਦੇ ਨੂੰ ਕਰੋਨਾ ਨੂੰ, ਤੇ ਅਸੀਂ ਦੇਖਿਆ ਕਿ ਟਰੱਕਿੰਗ ਦੇ ਵਿੱਚ ਬਹੁਤ ਕੁਝ ਚੇਂਜ ਆ ਗਈ ਹੈ। ਕਿ ਜਿੱਦਾਂ ਕਿ ਅਸੀਂ ਪਹਿਲਾਂ ਜਾ ਕੇ ਉੱਥੇ ਲੋਡਰ ਨੂੰ ਮਿਲਦੇ ਸੀਗੇ ਜਾਂ ਅੱਗੇ ਜਾ ਕੇ ਲੋਡ ਵਾਸਤੇ, ਪਿਕਅਪ ਵਾਸਤੇ ਜਿਹੜੇ ਅੱਗੇ ਬੈਠੇ ਨੇ ਉਹਨਾਂ ਨੂੰ ਮਿਲਦੇ ਸੀ, ਉਹ ਬਿਲਕੁਲ ਕੰਮ ਬੰਦ ਹੋ ਚੁੱਕਿਆ। ਕਿ 90% ਜੇ ਮੈਂ ਜ਼ਿਆਦਾ ਨਹੀਂ ਕਹਿੰਦਾ 90% ਜਿਹੜਾ ਅੱਜ ਕੱਲ੍ਹ ਸਾਰਾ ਫੋਨ ਦੇ ਉੱਪਰ ਲੋਡ ਲੱਦ ਹੁੰਦਾ ਜਾਂ ਚੱਕ ਹੁੰਦਾ, ਉਹਦਾ ਕਾਰਨ ਇਹ ਆ ਕਿ ਜਦੋਂ ਵੀ ਅਸੀਂ ਕਿਸੇ ਕੰਪਨੀ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਉੱਥੇ ਬਾਹਰ ਫੋਨ ਬੂਥ ਲੱਗੇ ਹੋਏ ਆ, ਜਾਂ ਐਂਟਰੈਂਸ ਤੇ ਫੋਨ ਇੱਕ ਕਾਲ ਤੁਸੀਂ ਕਰੋ, ਆਪਣਾ ਪਿਕਅਪ ਨੰਬਰ ਦਿਓ, ਉਹ ਤੁਹਾਨੂੰ ਡਾਕ ਦੇ ਦਿੰਦੇ ਆ। ਤੇ ਤੁਸੀਂ ਡਾਕ ਦੇ ਉੱਪਰ ਲਾ ਲੈਂਦੇ ਆ, ਤੁਹਾਨੂੰ ਕਿਸੇ ਦੇ ਨਾਲ ਨਹੀਂ ਤੁਸੀਂ ਮਿਲਣਾ, ਨਾ ਤੁਸੀਂ ਕਿਸੇ ਨਾਲ ਕੋਈ ਗੱਲ ਕਰਨੀ ਆ। ਤੇ ਟ੍ਰੇਲਰ ਦੇ ਪਿਛਲੇ ਪਾਸੇ ਉਹ ਪੇਪਰ ਰੱਖ ਦਿੰਦੇ ਆ, ਤੁਹਾਨੂੰ ਕੋਈ ਸਾਈਨ ਨਹੀਂ ਕਰਨਾ, ਤੁਹਾਡਾ ਕੋਈ ਨਾਂ ਪਹਿਲੇ ਪੁੱਛ ਲੈਣਾ। ਤੇ ਜਦੋਂ ਤੁਹਾਡੀ ਗ੍ਰੀਨ ਲਾਈਟ ਹੋ ਗਈ ਯੂ ਕੈਨ ਗੋ ਆਊਟ, ਉਹ ਸੀਲ ਵੀ ਪਿੱਛੇ ਰੱਖ ਦਿੰਦੇ ਆ। ਜੇ ਉਹਨਾਂ ਨੇ ਸੀਲ ਤੁਹਾਡੇ ਟ੍ਰੇਲਰ ਦੀ ਆ ਕੇ ਲਾਉਣੀ ਆ ਬਾਹਰ, ਦੈਨ ਉਹ ਆਉਗੇ, ਉਹਨਾਂ ਨੇ ਕਹਿਣਾ ਟਰੱਕ ਆਪਣਾ ਮੂਵ ਕਰ ਦੇ, ਉਹਨੇ ਤੁਹਾਡੇ ਨਾਲ ਗੱਲ ਨਹੀਂ ਕਰਨੀ। ਉਹਨੇ ਆਖੜੇ ਜੋ ਵੀ ਆਪਣੀ ਫਾਰਮੈਲਿਟੀਜ਼ ਆ, ਮਾਸਕ ਲਾਏ ਜਾਂ ਕੁਝ ਵੀ ਆ, ਉਹ ਪੂਰੀਆਂ ਕਰਕੇ ਉਹਨੇ ਆਪਣਾ ਟ੍ਰੇਲਰ ਲੌਕ ਕਰਕੇ ਜਾਂ ਟ੍ਰੇਲਰ ਨੂੰ ਸੀਲ ਕਰਕੇ ਤੇ ਪੇਪਰ ਤੁਹਾਡੇ ਹੱਥ 'ਚ ਫੜਾ ਕੇ ਤੇ ਚੱਲ ਜਾਣਾ। ਪਰ ਉਹਦੇ 'ਚ ਕਿਸੇ ਨੂੰ ਮਿਲਣ ਦਾ ਕੰਮ ਨਹੀਂ ਹੈਗਾ। ਹੁਣ ਦੇਖੋ ਮੈਂਡੇਟ ਆਈ ਇੱਥੇ ਆਪਣੇ ਕੈਨੇਡਾ ਦੇ ਵਿੱਚ, ਇਹਨਾਂ ਨੇ ਮੈਂਡੇਟ ਹੁਣ ਕੀਤਾ ਕਿ 2 ਸਾਲਾਂ ਤੋਂ ਆਪਾਂ ਤਾਂ ਕੱਲੇ ਅਸੀਂ ਟਰੱਕ ਚਲਾਉਂਦੇ ਆ, ਤੇ ਕੱਲੇ ਟਰੱਕ ਚਲਾਉਣ ਦੇ ਨਾਲ ਤਾਂ ਕਿੱਥੋਂ ਅਸੀਂ ਕਰੋਨਾ ਕਿੱਥੇ ਲੈਣਾ। ਸਾਡੇ ਵੀ ਛੋਟੇ ਬੱਚੇ ਆ, ਸਾਨੂੰ ਵੀ ਡਰ ਲੱਗਦਾ ਵੀ ਸਾਡੇ ਬੱਚਿਆਂ ਨੂੰ ਨਾ ਹੋ ਜਾਵੇ। ਪਰ ਇਹਨਾਂ ਨੇ ਜਿਹੜੀ ਇਹ ਥੋਪੀ ਹੋਈ ਚੀਜ਼ ਆ, ਬਿਲਕੁਲ ਆ ਨਾ, ਗਲਤ ਚੀਜ਼ ਕੀਤੀ। ਹੁਣ ਜਿਹੜਾ ਸਾਡੀ ਐਸੋਸੀਏਸ਼ਨ ਨੇ ਇਹਦਾ ਫੈਸਲਾ ਲਿਆ ਵੀ ਇਹਦਾ ਕਿਉਂ ਸਾਥ ਦਿੱਤਾ ਜਾਵੇ। ਸਾਥ ਇਸ ਕਰਕੇ ਦਿੱਤਾ ਜਾਵੇ ਕਿ ਸਾਡੇ ਟਰੱਕਰ ਭਾਈਚਾਰੇ ਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਮੈਡੀਕਲ ਪ੍ਰੋਬਲਮਸ ਹੋਰ ਵੀ ਹੈਗੀਆਂ ਨੇ। ਸ਼ੂਗਰ ਹੈਗੀ ਆ, ਹਾਰਟ ਦੀ ਪ੍ਰੋਬਲਮ ਹੈਗੀ, ਲੰਗਸ ਦੀ ਪ੍ਰੋਬਲਮ ਹੈਗੀ ਆ, ਕਿਡਨੀਆਂ ਦੀ ਪ੍ਰੋਬਲਮ ਹੈਗੀ ਆ,
ਕਿਸੇ ਨੂੰ ਕੋਈ ਵਾਸ਼ਰੂਮ ਤੋਂ ਪ੍ਰੋਬਲਮ ਹੈਗੀ ਆ, ਕਿਸੇ ਦਾ ਮੋਟਾਪਾ ਹੈਗਾ ਨਾ, ਸੋ ਇਦਾਂ ਦੀਆਂ ਪ੍ਰੋਬਲਮ ਮੈਂਡੇਟ ਦੇ ਨਾਲ ਕੀ ਆ ਕਿ ਉਹ ਇੰਜੈਕਸ਼ਨ ਜਿਹੜਾ ਆ ਉਹ ਨਹੀਂ ਲਵਾ ਸਕਦੇ, ਵੈਕਸੀਨੇਸ਼ਨ ਨਹੀਂ ਲਵਾ ਸਕਦੇ। ਸੋ ਇਸ ਕਰਕੇ ਅਸੀਂ ਫੈਸਲਾ ਲਿਆ ਕਿ ਦੇਖੋ ਉਹ ਵੀ ਸਾਡੇ ਭਾਈ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ US ਨੂੰ ਟਰੱਕ ਚਲਾ ਕੇ ਗਾਲਤੀ। ਹੁਣ ਉਹ ਕੈਨੇਡਾ ਦੇ ਵਿੱਚ ਇੰਨਾ ਕੰਮ ਤਾਂ ਹੈ ਨਹੀਂ ਕਿ ਜਿਹਦੇ ਨਾਲ ਉਹ ਆਪਣਾ ਗੁਜ਼ਾਰਾ ਕਰ ਸਕਣ, ਉਹ ਵੀ ਸਾਡੇ ਭਾਈ ਨੇ। ਜੇ ਅੱਜ ਉਹਨਾਂ ਨੂੰ ਇਹਨਾਂ ਨੇ ਖੰਡੇਰਿਆ ਤਾਂ ਸਾਨੂੰ ਵੀ ਇਹ ਕੱਲ੍ਹ ਨੂੰ ਕੋਈ ਨਾ ਕੋਈ ਮੈਂਡੇਟ, ਔਰ ਸਾਡੀ ਜਿਹੜੀ ਬੋਡੀ ਆ ਉਹ ਸਾਡੀ ਆ, ਇਹਦੇ ਤੋਂ ਕਦੇ ਵੀ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਲੱਗਣੀ ਚਾਹੀਦੀ। ਅਸੀਂ ਲਵਾਉਣਾ ਜਾਂ ਨਹੀਂ ਲਵਾਉਣਾ ਉਹ ਸਾਡੀ ਮਰਜ਼ੀ ਹੀ ਹੋਣੀ ਚਾਹੀਦੀ ਆ। ਸੋ ਇਹ ਵੀ ਸਾਡੇ ਵੱਲੋਂ ਫੈਸਲਾ ਲਿਆ ਗਿਆ। ਔਰ ਦੂਸਰੀ ਗੱਲ, ਮੈਂ ਇੱਕ ਹੋਰ ਵੀ ਗੱਲ ਇਹਦੇ ਨਾਲ ਜਿਹੜੀ ਮੈਂ ਦੱਸਣੀ ਚਾਹੁੰਦਾ ਆ ਆਪਣੇ ਵੱਲੋਂ, ਕਿ ਅਸੀਂ ਫੁੱਲੀ ਵੈਕਸੀਨੇਟਡ ਹੈਗੇ ਆ, ਜ਼ਰੂਰ ਹੈਗੇ ਆ, ਪਰ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਕਿਸੇ ਨੂੰ ਧੱਕੇ ਦੇ ਨਾਲ ਲਵਾਉਣ ਦੇ ਲਈ ਕੋਈ ਇਜਾਜ਼ਤ ਨਹੀਂ ਦਿੰਦਾ। ਸਹੀ ਆ ਕਿ ਮੈਂਡੇਟ ਨਹੀਂ ਹੋਣਾ ਚਾਹੀਦਾ। ਜਿਹਦੀ ਬੋਡੀ ਆ ਉਹਨੂੰ ਆਪਣਾ ਬੋਡੀ ਦਾ ਫੈਸਲਾ ਉਹ ਆਪ ਲਵੇ। ਜੇ ਮੈਨੂੰ ਚੰਗਾ ਲੱਗਦਾ ਸੀ ਤਾਂ ਮੈਂ ਵੈਕਸੀਨੇਸ਼ਨ ਲਵਾਇਆ, ਜੇ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਆ, ਮੈਡੀਕਲ ਪ੍ਰੋਬਲਮ ਆ, ਉਹ ਨਹੀਂ ਲਵਾ ਰਿਹਾ ਤਾਂ ਉਹ ਕੋਈ ਗੁਨਾਹ ਤਾਂ ਨਹੀਂ ਕਰ ਰਿਹਾ, ਫਿਰ ਉਹਨੂੰ ਕੋਈ ਮੈਂਡੇਟ ਕਿਉਂ ਕੀਤਾ ਜਾ ਰਿਹਾ, ਕੋਈ ਸਜ਼ਾ ਕਿਉਂ ਲਾਈ ਜਾ ਰਹੀ। ਹੁਣ ਅਸੀਂ ਓਟਵਾ ਗਏ ਆ, ਸਾਡੀ ਜਿਹੜੀ ਕਮਿਊਨਿਟੀ ਆ ਉਹ ਨਹੀਂ ਉੱਥੇ ਪਹੁੰਚੀ, ਜਾਂ ਬਹੁਤ ਘੱਟ ਦਾਇਰੇ 'ਚ ਲੋਕੀ ਪਹੁੰਚੇ, ਪਰ ਅਸੀਂ ਇਹ ਤੇ ਕੁਐਸਚਨ ਤੇ ਆਉਣਾ ਹੈਗਾ। ਚੀਮਾ ਸਾਹਿਬ ਤੁਸੀਂ ਲਾਹੌਰ ਹੈਗੇ, ਮੈਂ ਆਪਣੇ ਵੱਲੋਂ ਥੋੜੇ ਕਮੈਂਟ ਕਰਨਾ ਚਾਹਾਂਗਾ। ਇਹਨਾਂ ਨੂੰ ਸੁਣਿਆ ਹੈਗਾ, ਆਪਣੇ ਬਹੁਤ ਸੁਣੇ ਇਹਨਾਂ ਨੇ ਵਿਊਜ਼ ਰੱਖੇ ਨੇ। ਹਾਂਜੀ ਦੇਖੋ, ਜਿਹੜੀ ਗਰਾਊਂਡ ਰਾਈਟਸ ਦੀ ਗੱਲ ਹੈ, ਚਾਰਟਰ ਦੀ ਗੱਲ ਹੈ, ਬਿਲਕੁਲ ਕੋਈ ਡਾਊਟ ਨਹੀਂ, ਰਾਈਟ ਹੈਗੇ ਨੇ, ਚਾਰਟਰ ਹੈ, ਹਰ ਇੱਕ ਨੂੰ ਆਪਣੀ ਫਰੀਡਮ ਵੀ ਹੈਗੀ ਹੈ, ਅਲਾਉ ਕਰਦਾ ਕਾਨਸਟੀਟਿਊਸ਼ਨ। ਪਰ ਇੱਕ ਜਨਰਲ ਕਨਸੈਪਟ ਹੈਗੀ ਫਰੀਡਮ ਦੀ, ਆਪਾਂ ਪੁਰਾਣੇ ਵੀ ਸੁਣਦੇ ਹੈਗੇ ਆ ਕਿ ਜਦੋਂ ਆਪਾਂ ਸਟਿੱਕ ਲੈ ਕੇ ਜਾਂਦੇ ਆ ਤਾਂ ਸਟਿੱਕ ਦੀ ਘੁਮਾਉਣ ਦੀ ਫਰੀਡਮ ਉਨੀ ਦੇਰ ਹੀ ਹੈ ਜਿੰਨੀ ਦੇਰ ਦੂਜੇ ਦੇ ਨੱਕ ਤੇ ਨਹੀਂ ਵੱਜਦੀ, ਉੱਥੇ ਮੇਰੀ ਫਰੀਡਮ ਖਤਮ ਹੋ ਜਾਂਦੀ ਹੈ। ਸੋ ਜੇ ਤਾਂ ਅਸੀਂ ਆਈਸੋਲੇਸ਼ਨ 'ਚ ਹੈਗੇ, ਘਰ ਬੈਠਿਆ ਸੀ ਕਿਤੇ ਜਾਣਾ ਨਹੀਂ ਦੈਟਸ ਫਾਈਨ, ਪਰ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਸਪਰੈਡ ਹੁੰਦੀ ਹੈ ਪਰਸਨ ਟੂ ਪਰਸਨ, ਥਰੂ ਏਅਰ ਵੀ ਜਾਂਦੀ, ਸੋ ਮੈਨੀ ਮੈਥਡਸ ਹੈਗੇ ਜਿਹਨਾਂ ਜਾਂਦੀ ਹੈਗੀ ਹੈ। ਇੱਥੇ ਤੁਹਾਡਾ ਰਾਈਟ ਨਹੀਂ, ਇਹਦੇ ਨਾਲ ਦੂਜੇ ਦਾ ਰਾਈਟ ਹੈ। ਜਿਹਦੇ ਕਿਸੇ ਇੰਟਰੈਕਸ਼ਨ 'ਚ ਅਸੀਂ ਆਉਂਦੇ ਆ, ਕਿਸੇ ਤਰੀਕੇ ਨਾਲ ਤੁਰਦੇ ਫਿਰਦੇ, ਸ਼ਾਪਿੰਗ ਕਰਦੇ, ਕੰਮ ਕਰਦੇ, ਕਿਤੇ ਨਾ ਕਿਤੇ ਅਸੀਂ ਜ਼ਰੂਰ ਇੰਟਰੈਕਟ ਕਰਾਂਗੇ। ਹੋਰ ਕੁਛ ਨਹੀਂ, ਅਸੀਂ ਵਾਸ਼ਰੂਮ ਯੂਜ਼ ਕਰਕੇ ਗਏ ਹਾਂ, ਉੱਥੇ ਦੂਜਾ ਬੰਦਾ ਆ ਕੇ ਵਾਸ਼ਰੂਮ ਉਹੀ ਯੂਜ਼ ਕਰ ਲੇਗਾ, ਬੇਸ਼ੱਕ ਅਸੀਂ ਇਕੱਠੇ ਦੋਨੋਂ ਨਹੀਂ ਹੋਏ। ਇਟ ਮੀਨਸ ਜੇ ਉਹਦੇ ਨਾਲ ਕੋਈ ਸਪਰੈਡ ਤੁਹਾਨੂੰ ਆ ਜਾਂਦੀ ਹੈ, ਤੁਹਾਡੇ ਤੋਂ ਦੂਜੇ ਨੂੰ ਚਲ ਜਾਂਦੀ ਹੈ, ਤੇ ਉਹ ਦੂਜੇ ਦੇ ਵੀ ਤਾਂ ਰਾਈਟ ਇਫੈਕਟ ਹੁੰਦੇ ਆ। ਸੋ ਇਸ ਕਰਕੇ ਰਾਈਟ ਜਿਹੜੇ ਹੈਗੇ ਆ ਠੀਕ ਹੈ, ਜ਼ਰੂਰ ਹੈਗੇ, ਪਰ ਆਈਸੋਲੇਸ਼ਨ ਦੇ ਵਿੱਚ ਨਹੀਂ ਹੋਣੇ ਚਾਹੀਦੇ। ਦੂਜਾ ਇੱਕ ਕੁਐਸਚਨ ਮੈਂ ਹੁਣ ਸੰਧੂ ਸਾਹਿਬ ਨੇ ਦੱਸਿਆ ਸੀ, ਜਿਹੜੀ ਮੈਡੀਕਲ ਗਰਾਊਂਡ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਮੈਡੀਕਲ ਗਰਾਊਂਡ ਤੋਂ ਕੋਈ ਪ੍ਰੋਬਲਮ ਹੁੰਦੀ ਇਸ ਕਰਕੇ ਨਹੀਂ ਲਵਾ ਸਕਦੇ। ਮੈਂ ਕਹਿੰਦਾ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਜੇ ਕੋਈ ਡਾਕਟਰ ਕਹਿੰਦਾ, ਰਿਕਮੈਂਡ ਕਰਦਾ ਕਿ ਆਹ ਪਰਸਨ ਹੈ, ਇਹਨੂੰ ਇੰਜੈਕਸ਼ਨ ਫਿੱਟ ਨਹੀਂ ਹੈ, ਦੇ ਕੈਨ ਗੈਟ ਸਰਟੀਫਿਕੇਟ। ਮੈਨੂੰ ਨਹੀਂ ਲੱਗਦਾ ਕੋਈ ਉੱਥੇ ਇੰਪੋਜ਼ ਕਰੇਗਾ ਕੋਈ, ਕਿਉਂਕਿ ਕਈਆਂ ਜਿਵੇਂ ਮਾਸਕ ਵੀ ਕਈਆਂ ਨੂੰ ਐਗਜ਼ੈਂਪਟ ਕੀਤੇ ਸੀ, ਜਿਹੜੀ ਕੋਈ ਪ੍ਰੋਬਲਮ ਨਹੀਂ ਲਾ ਸਕਦਾ ਡਿਊ ਟੂ ਹੈਲਥ ਰੀਜ਼ਨਸ, ਤੇ ਉਹਨਾਂ ਨੂੰ ਐਗਜ਼ੈਂਪਟ ਕੀਤੇ ਸੀ। ਬਟ ਯੂ ਹੈਵ ਟੂ ਸ਼ੋ ਸਮ ਐਵੀਡੈਂਸ। ਹਾਂ ਮੈਡੀਕਲ ਹੈ ਤਾਂ ਮੈਡੀਕਲ ਐਵੀਡੈਂਸ ਸਾਨੂੰ ਸ਼ੋ ਕਰਨਾ ਪਏਗਾ। ਡਾਕਟਰ ਨੇ ਕਿਹਾ ਕਿ ਇਸ ਪਰਸਨ ਨੂੰ ਡਿਊ ਟੂ ਥੀਸ ਪ੍ਰੋਬਲਮਸ ਇਹ ਮੈਡੀਕੇਸ਼ਨ ਲੈ ਰਿਹਾ ਤੇ ਇਸ ਨੂੰ ਇਹ ਇੰਜੈਕਸ਼ਨ ਨਹੀਂ ਲਾਣੇ ਚਾਹੀਦੀ, ਇਹਨੂੰ ਹੋਰ ਕੋਈ ਵਾਇਮੀਡੀਆ ਲੱਭਣੀ ਚਾਹੀਦੀ ਹੈ। ਸੋ ਸੋਲੂਸ਼ਨ ਕੈਨ ਬੀ ਦੇਅਰ, ਪਰ ਜਨਰਲਾਈਜ਼ ਨਹੀਂ ਕਰ ਸਕਦੇ। ਹੁਣ 10% ਇਫੈਕਟ ਹੋ ਰਿਹਾ ਹੈ, ਪਰ ਇਟ ਡਜ਼ਨਟ ਮੀਨ ਕਿ ਉਹ ਬਾਕੀ 90% ਦੇ ਰਾਈਟ ਨਹੀਂ ਇਫੈਕਟ ਹੁੰਦੇ। ਹੁਣ ਆਪਾਂ ਬਲੋਕੇਡ ਕਰਦੇ, ਸਭ ਕੁਝ ਕਰਤੇ, ਉਹ 90% ਦਾ ਵੀ ਤਾਂ ਆਪਾਂ ਸਾਰੇ ਫਰੀਡਮ ਖਤਮ ਕਰਤੀ ਨਾ। ਸੋ ਕਲੈਕਟ ਆਪਣੀ ਫਰੀਡਮ ਦੀ ਗੱਲ ਨਹੀਂ ਕਰਦੀ, ਜਿੱਥੇ ਦੂਜੇ ਦੀ ਫਰੀਡਮ ਇਫੈਕਟ ਹੁੰਦੀ ਹੈ, ਦੈਨ ਵੀ ਹੈਵ ਟੂ, ਉੱਥੇ ਸਾਡੀ ਫਰੀਡਮ ਖਤਮ ਹੁੰਦੀ ਹੈ। ਸੋ ਮੇਰੇ ਤਾਂ ਆਹੀ ਸਬਮਿਸ਼ਨ ਹੈਗੀਆਂ ਕਿ ਠੀਕ ਹੈ, ਪਰ ਜਿਹੜਾ ਜਨਰਲ ਪਬਲਿਕ ਨੂੰ ਇਫੈਕਟ ਕਰਦੀ ਜਿਹੜੀ ਚੀਜ਼ ਹੈ, ਉੱਥੇ ਕੋਈ ਨੋਰਮ ਹੈ, ਕੁਝ ਰਿਸਟ੍ਰਿਕਸ਼ਨ ਕੰਡੀਸ਼ਨਸ ਲਾਉਣੀਆਂ ਪੈਂਦੀਆਂ ਇਨ ਦ ਜਨਰਲ ਆਰਡਰ ਦੇ ਵਿੱਚ, ਵੈਲਫੇਅਰ ਦੇ ਵਿੱਚ, ਸੋਸਾਇਟੀ ਦੇ ਵਿੱਚ, ਤੇ ਸਾਨੂੰ ਐਕਸੈਪਟ ਕਰ ਲੈਣੀ ਚਾਹੀਦੀ। ਹਾਂ ਕਿਸੇ ਨੂੰ ਇੰਡੀਵਿਜੂਅਲ ਕੋਈ ਇਨਫੈਕਸ਼ਨ ਹੈਗੀ ਜਾਂ ਪ੍ਰੋਬਲਮ ਜਾਂ ਇਹੋ ਜਿਹੀ ਮੈਡੀਕਲ ਕੰਡੀਸ਼ਨ ਹੈਗੀ, ਦੇ ਕੈਨ ਗੈਟ ਸਰਟੀਫਿਕੇਟ, ਮੈਡੀਕਲ ਸਰਟੀਫਿਕੇਟ। ਓਕੇ, ਦੈਟਸ ਗੁੱਡ। ਮੈਂ ਤੋਂ ਬਾਅਦ ਜੀਵਨ ਗਿੱਲ ਜੀ, ਪਹਿਲਾਂ ਤੁਹਾਨੂੰ ਫਿਰ ਪਿਸ਼ੌਰਾ ਸਿੰਘ ਜੀ। ਪਹਿਲਾਂ ਜਾਣ ਤੋਂ ਪਹਿਲਾਂ 1 ਮਿੰਟ ਤੁਹਾਨੂੰ ਮੈਂ ਟਾਈਮ ਦੇਣਾ ਕਿ ਆਪਣੇ ਸੰਧੂ ਸਾਹਿਬ ਯੂਨਾਈਟਿਡ ਸਟੇਟ ਦੇ ਵਿੱਚ ਉਹਨਾਂ ਨੇ ਮੈਂਡੇਟ ਵਾਲਾ ਬਿਲਕੁਲ ਚੈਲੰਜ ਕਰਤਾ ਹੈਗਾ, ਤੇ ਤੁਹਾਡੇ ਵੀ ਕੋਈ ਸਿਸਟਮ ਹੈਗਾ ਸੁਪਰੀਮ ਕੋਰਟ ਵਾਂਗੂ ਕਿ ਜਿਹੜਾ ਕਿ ਇੰਟਰਫੇਅਰ ਕਰ ਸਕਦੇ ਆ? ਬਿਲਕੁਲ ਜੀ, ਇਹ ਜਿਹੜਾ ਮੈਂਡੇਟ ਆ ਜਿਹੜਾ ਟਰੱਕਰਸ ਨੂੰ ਲੈ ਕੇ ਆ, ਇਹ ਫੈਡਰਲ ਗਵਰਨਮੈਂਟ, ਕਿਉਂਕਿ ਇੱਥੇ ਵੀ ਜਿਹੜੀਆਂ ਪ੍ਰੋਵਿੰਸ਼ੀਅਲ ਜਿਹੜੀਆਂ ਵੱਖ-ਵੱਖ ਪ੍ਰੋਵਿੰਸ ਆ ਕੈਨੇਡਾ ਦੇ ਵਿੱਚ, ਉਹਨਾਂ ਕੋਲ ਬਿਲਕੁਲ ਆਪੋ ਆਪਣੇ ਅਧਿਕਾਰ ਹੈਗੇ ਆ, ਪਰ ਇਹ ਜਿਹੜਾ ਮੈਂਡੇਟ ਆ ਇਹ ਫੈਡਰਲ ਗਵਰਨਮੈਂਟ ਕਰਦਾ। ਮੈਂ ਆਪਣੇ ਪਿੱਛੇ ਆਪਣੇ ਲਾਇਰ ਆਪਣੇ ਬੋਲੇ, ਆਪਣੇ ਰਿਸਪੈਕਟਡ, ਮੈਂ ਬਿਲਕੁਲ ਫਰੀਡਮ ਜਿਹੜੀ ਹੈਗੀ ਆਪਾਂ ਕਦੀ ਵੀ ਜਿਹੜਾ ਟਰੱਕਰਸ ਆ ਜਾਂ ਸਾਡੀ ਐਸੋਸੀਏਸ਼ਨ ਆ, ਅਸੀਂ ਕਦੀ ਵੀ ਐਂਟੀ ਵੈਕਸਰ ਦੀ ਸਪੋਰਟ ਨਹੀਂ ਕਰਦੇ। ਅਸੀਂ ਖੁਦ ਜਿਹੜਾ ਆ ਵੈਕਸੀਨਸ ਲਵਾਈਆਂ, ਸਾਰਾ ਕੁਝ। ਪਰ ਇੱਥੇ ਜਿੱਦਾਂ ਮੈਂ ਪਹਿਲਾਂ ਹੀ ਆਪਣੇ ਰਿਮਾਰਕਸ ਦੇ ਵਿੱਚ ਸ਼ੁਰੂਆਤੀ ਦੌਰ 'ਚ ਕਿਹਾ ਸੀਗਾ ਕਿ ਸਰਕਾਰਾਂ ਦਾ ਤਾਂ ਖੁਦ ਆਪਣਾ ਡਬਲ ਸਟੈਂਡਰਡ ਹੈ ਇਸ ਗੱਲ ਦੇ ਉੱਤੇ। ਇਸ ਮੈਂਡੇਟ ਨੂੰ ਲੈ ਕੇ ਤਾਂ ਉਹ ਖੁਦ ਇਹਦੇ ਵਿੱਚ ਘਿਰਦੀਆਂ ਆ।
ਮੈਂ ਆਪਣੀ ਪ੍ਰੋਵਿੰਸ ਦੀ ਗੱਲ ਕਰਾਂ ਅੰਟਾਰੀਓ ਦੀ, ਇਹਦੇ ਵਿੱਚ ਪਿੱਛੇ ਜਿਹੇ ਇੱਥੋਂ ਦੇ ਪ੍ਰੀਮੀਅਰ ਡਗ ਫੋਰਡ ਹੋਣਾ ਨੇ ਇਹ ਗੱਲ ਅਨਾਉਂਸ ਕੀਤਾ ਸੀ ਹੈਲਥ ਵਰਕਰਸ ਨੂੰ ਲੈ ਕੇ। ਹੈਲਥ ਵਰਕਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈਲਥ ਵਰਕਰ ਜਿਨ੍ਹਾਂ 'ਚ ਨਰਸਿਸ, ਡਾਕਟਰਸ, ਲੈਬ ਟੈਕਨੀਸ਼ੀਅਨਸ, ਐਕਸਰੇ ਟੈਕਨੀਸ਼ੀਅਨਸ ਐਂਡ ਸੋ ਮੈਨੀ ਮੋਰ ਲਾਈਕ ਇਨ ਹਸਪੀਟਲ ਦੇ ਵਿੱਚ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਵੈਕਸੀਨ ਨੂੰ ਲਵਾਉਣ ਨੂੰ, ਇਸ ਮੈਂਡੇਟ ਨੂੰ। ਔਰ ਹੋਇਆ ਕੀ ਉਸ ਤੋਂ ਬਾਅਦ, ਇਹਨਾਂ ਨੇ ਫਿਰ ਸਟੈਪ ਲਿਆ ਕਿ ਤੁਸੀਂ ਆਪਣੀ ਜੌਬ ਲੂਜ਼ ਕਰ ਜਾਓਗੇ। ਉਹਨਾਂ ਨੇ ਇਸ ਗੱਲ ਦੀ ਬੇਪਰਵਾਹ ਨਹੀਂ ਕੀਤੀ, ਉਹ ਕਹਿੰਦੇ ਠੀਕ ਹੈ ਜੀ ਅਸੀਂ ਜੌਬ ਤੋਂ ਆਊਟ ਹੁੰਦੇ ਹਾਂ। ਪਰ ਸਰਕਾਰਾਂ ਨੇ ਫਿਰ ਇੱਕ ਆ ਕੇ ਚੁਣੌਤੀ ਇਹ ਖੜ ਗਈ ਕਿ ਇਹਨਾਂ ਹਸਪੀਟਲ ਨੂੰ ਰਨ ਕੌਣ ਕਰੂਗਾ ਫਿਰ। ਹੁਣ ਨਾਰਮਲ ਤੌਰ ਤੇ ਇੱਕ ਲਾਇਰ, ਇੱਕ ਟਰੱਕਰ, ਇੱਕ ਮੀਡੀਆਕਾਰ, ਉਹ ਤਾਂ ਕਿਸੇ ਨੂੰ ਇੰਜੈਕਸ਼ਨ ਦੇਣ ਹੋ ਰਿਹਾ, ਉਹ ਤਾਂ ਕਿਸੇ ਨੂੰ IV ਜਿਹੜਾ ਆ ਉਹ ਨਹੀਂ ਸਰਵ ਕਰ ਸਕਦਾ। ਉਹ ਕਿਸੇ ਦਾ ਜਿਹੜੀਆਂ ਪਿਲਸ ਆ ਜਾਂ ਡਾਕਟਰ ਆ ਉਹ ਕਿਸੇ ਨੂੰ ਉਹਨੇ ਡਾਇਗਨੋਸ ਕਰਨਾ ਤਾਂ ਡਾਕਟਰ ਨੇ ਹੀ ਕਰਨਾ ਆ, ਉਹ ਕਿਸੇ ਲਾਇਰ ਨੇ ਜਾਂ ਕਿਸੇ ਇੱਕ ਟਰੱਕਰ ਨੇ ਤਾਂ ਉਹਨੂੰ ਡਾਇਗਨੋਸ ਕਰਨਾ ਨਹੀਂ। ਔਰ ਫਿਰ ਇਹ ਸਰਕਾਰਾਂ ਦੀ ਡਬਲ ਸਟੈਂਡਰਡ ਜਿਹੜਾ ਉੱਥੇ ਕੰਮ ਕੀਤਾ, ਇਹਨਾਂ ਨੇ ਫਿਰ ਉਹਨਾਂ ਤੋਂ ਮੈਂਡੇਟ ਚੱਕਿਆ। ਹੁਣ ਮੇਰਾ ਸਵਾਲ ਇਹ ਉੱਠਦਾ ਆ ਕਿ ਜਦੋਂ ਇਸ ਕੋਵਿਡ ਦੇ ਵਿੱਚ ਇੱਕ ਟਰੱਕਰ ਐਕਸਪੋਜ਼ ਹੁੰਦਾ ਆ ਜਾਂ ਇੱਕ ਹੈਲਥ ਵਰਕਰ ਜਲਦੀ ਐਕਸਪੋਜ਼ ਹੁੰਦਾ ਆ, ਜੇ ਉਹ ਗਵਰਨਮੈਂਟ, ਇਹ ਸਰਕਾਰਾਂ ਇਦਾਂ ਦੇ ਦੋਹਰੇ ਮਾਪਦੰਡ ਜਦੋਂ ਅਪਣਾਉਂਦੀਆਂ ਆ, ਉਹ ਹੈਲਥ ਵਰਕਰ ਨੂੰ ਤਾਂ ਇਸ ਮੈਂਡੇਟ ਤੋਂ ਪਾਸੇ ਕਰ ਦਿੰਦੀਆਂ ਆ, ਤੇ ਇੱਕ ਟਰੱਕਰ ਜਿਹੜਾ ਕਿ ਬਹੁਤ ਦੂਰ ਦਾ ਐਕਸਪੋਜ਼ ਹੋਣ ਦਾ ਵਾਸਤਾ ਵੀ ਹੈ ਨਹੀਂਗਾ ਇਸ ਕੰਮ ਦੇ ਨਾਲ। ਔਰ ਮੈਂ ਵੀ ਚਲਦਿਆਂ ਗੱਲ ਦੱਸਦਿਆਂ, ਕੈਨੇਡਾ ਦੇ ਵਿੱਚ ਕੋਈ 3 ਲੱਖ ਤੋਂ ਉੱਤੇ ਟਰੱਕਰ ਜਿਹੜਾ ਇਸ ਵੇਲੇ ਕੈਨੇਡਾ ਦੇ ਉੱਤੇ ਸਰਵ ਕਰ ਰਿਹਾ ਇਸ ਇੰਡਸਟਰੀ ਨੂੰ। ਔਰ ਸਰਕਾਰਾਂ ਦੇ, ਫੈਡਰਲ ਗਵਰਨਮੈਂਟ ਦੇ ਔਰ ਇੱਥੋਂ ਦੇ ਫੈਡਰਲ ਮਿਨਿਸਟਰ ਉਮਰ ਅਲ ਗਬਰਾ ਸਾਹਿਬ ਨੇ ਆਪਣੇ ਇਹ ਅੰਕੜੇ, ਆਪਣੀ ਉਹਨਾਂ ਦੀ ਸਟੇਟਮੈਂਟ ਇਹ ਦੱਸਦੀ ਆ ਕਿ 90% ਟਰੱਕਰ ਵੈਕਸੀਨੇਟ ਆ। ਜੇ 90% ਟਰੱਕਰ ਵੈਕਸੀਨੇਟ ਆ, ਫਿਰ ਇਹ 10% ਟਰੱਕਰ ਲਈ ਐਡਾ ਹੋ ਹੱਲਾ ਕਾਹਦਾ। ਜੇ ਉਹ 10% ਟਰੱਕਰ ਜਿਹੜਾ ਆ, ਜੇ ਉਹ ਅਗੇਂਸਟ ਖੜ ਗਿਆ ਇਸ ਮੈਂਡੇਟ ਦੇ ਖਿਲਾਫ, ਤਾਂ ਫਿਰ ਜਿੰਨਾ ਇਹ ਜੋ ਕੁਛ ਸਾਰਾ ਕੁਝ ਹੋ ਰਿਹਾ ਆ, ਇਹਦੇ ਪਿੱਛੇ ਆਮ ਲੋਕ, ਆਮ ਕੈਨੇਡੀਅਨ ਜਿਹੜਾ ਚਾਰਟਰ ਆਫ ਰਾਈਟਸ ਦੇ ਦੂਜਿਆਂ ਦਾ ਵੀ ਖਿਆਲ ਰੱਖਦਾ ਆ, ਉਹ ਖੜਾ ਆ ਹੁਣ ਇਹਦੇ ਪਿੱਛੇ। ਬਿਊਟੀਫੁਲ, ਥੈਂਕ ਯੂ ਜੀ, ਤੁਸੀਂ ਬੜਾ ਐਕਸਪਲੇਨ ਕੀਤਾ। ਵੈਸੇ ਪ੍ਰੋਬਲਮ ਇੱਕ ਆ ਰਹੀ ਹੈ ਕਿ ਬੂਸਟਰ 3 ਚੱਲ ਪਿਆ, ਫਿਰ ਚੌਥਾ ਚੱਲ ਪੂ, ਪੰਜਵਾਂ ਚੱਲ ਪੂ, ਐਂਡ ਤਾਂ ਥਿੰਕਿੰਗ ਅਬਾਊਟ ਦੈਟ। ਗਿੱਲ ਜੀ, ਔਰ ਮੈਂ ਵੀ ਦੱਸ ਦਿਆਂ ਕਿ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਦੇ 3 ਬੂਸਟਰ ਡੋਜ਼ ਲੱਗਣ ਤੋਂ ਬਾਅਦ ਵੀ ਉਹ ਪੋਜ਼ਿਟਿਵ ਹੋ ਗਏ ਆ, ਔਰ ਉਹ ਬਿਲਕੁਲ ਇਸ ਵੇਲੇ ਆਈਸੋਲੇਸ਼ਨ ਦੇ ਵਿੱਚ ਰਹਿ ਰਿਹਾ ਹੈ। ਉਹ ਤਾਂ ਠੀਕ ਹੈ, ਉੱਥੇ ਕੋਈ ਵੀ ਹੁੰਦਾ, ਹੋਰ ਲੀਡਰ ਵੀ ਹੁੰਦਾ ਹੈ, ਜੇ ਉਹਨਾਂ ਨੇ ਗਵਰਨਮੈਂਟ ਫਾਈਨ। ਜੀਵਨ ਗਿੱਲ ਜੀ ਪਲੀਜ਼, ਥੈਂਕ ਯੂ। ਹਾਂਜੀ, ਥੈਂਕ ਯੂ ਭਾਜੀ। ਸਭ ਤੋਂ ਪਹਿਲਾਂ ਤਾਂ ਜਾਨੀ ਕਿ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਹੈਗਾ, ਟਰੱਕਰਾਂ ਨੇ ਬਹੁਤ ਟਾਇਰਲੈਸਲੀ ਕੰਮ ਕੀਤਾ ਹੈਗਾ ਡਿਊਰਿੰਗ ਲਾਸਟ 1.5 years। ਪਰ ਦੂਜੇ ਪਾਸੇ ਇੱਕ ਸਾਈਡ ਤੇ ਆਪਾਂ, ਤੁਸੀਂ ਵੀ ਕਹਿ ਰਹੇ ਹੈਗੇ ਆ ਅਸੀਂ ਵੈਕਸੀਨੇਟਡ ਹੈਗੇ ਆ, ਤੇ ਜਿਹੜੇ ਹੁਣ 10% ਨਹੀਂ ਵੈਕਸੀਨੇਟਡ ਹੈਗੇ ਆ, ਅਸੀਂ ਉਹਨਾਂ ਦੇ ਵਾਸਤੇ ਫਾਈਟ ਕਰ ਰਹੇ ਹੈਗੇ ਆ। ਕਿਉਂ ਨਹੀਂ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਵੀ ਭਾਈ ਇਹ ਦਿਸ ਇਜ਼ ਬੈਟਰ ਫॉर ਦੀ ਐਵਰੀਬਾਡੀ, ਨਾਟ ਫॉर ਦੈਮਸੈਲਫ, ਇਟ ਇਜ਼ ਫॉर एवरीवन। ਅਸੀਂ ਇਸ ਚੰਗੀ ਇੰਨੀ ਵਧੀਆ ਕੰਟਰੀ 'ਚ ਰਹਿ ਰਹੇ ਹੈਗੇ ਆ ਜਿੱਥੇ ਸਾਨੂੰ ਸਾਰੀ ਫੈਸਿਲਿਟੀਜ਼ ਐਂਡ ਐਵਰੀਥਿੰਗ। ਯੈਸ, ਸਮਟਾਈਮਸ ਤੁਸੀਂ ਰੇਜ਼ ਕਰ ਰਹੇ ਹੈਗੇ ਆ ਡਿਫਰੈਂਟ ਗਵਰਨਮੈਂਟਸ ਦਾ ਡਿਫਰੈਂਟ ਸਟੈਂਡਰਡ ਹੈਗਾ, ਦੈਟ ਇਜ਼ ਵਟ ਵੀ ਇੰਡੀਵਿਜੂਅਲੀ ਲਾਈਕ। ਇੱਕ ਉਹ ਬੰਦੇ ਦੀ ਆਪਦਾ ਓਪੀਨੀਅਨ ਹੋ ਸਕਦਾ ਵੀ ਕੀ ਉਹਨਾਂ ਨੇ ਇੱਕ ਸ਼ਿਫਟ ਕੀਤੀ ਹੈਗੀ ਜਾਂ ਨਹੀਂ ਕੀਤੀ ਹੈਗੀ ਐਜ਼ ਏ ਸਿਟੀ ਕਾਉਂਸਲਰ। ਹੁਣ ਸਾਡੇ ਸਿਟੀ ਦੇ ਵਿੱਚ ਵੀ ਉਹੀ ਮੈਂਡੇਟ ਕੀਤਾ ਹੈਗਾ ਵੀ ਜੇ ਤੁਸੀਂ ਨਹੀਂ ਹੈਗੇ, ਕਿਉਂਕਿ ਉਹ ਕੱਲ ਨੂੰ ਆ ਕੇ ਜਿਹੜਾ 90% ਤੇ ਇੰਪੈਕਟ ਕਰੂਗਾ, ਇੱਕ ਬੰਦਾ ਜੇ ਨਹੀਂ ਵੈਕਸੀਨੇਟਡ ਹੈਗਾ ਤਾਂ ਦੈਟ ਵਿਲ ਸਟਾਪ ਦੀ ਵਰਕ ਆਫ ਦੀ ਸਿਟੀ ਟੂ। ਇਸ ਕਰਕੇ ਸਾਰਿਆਂ ਨੇ ਇਹ ਜਾਨੀ ਕਿ ਡਿਸੀਜਨ ਤੇ ਕੈਨੇਡਾ ਵਾਈਡ ਹੀ ਹੈਗਾ ਜਿਹੜਾ ਮੈਂਡੇਟ ਵੀ ਵਾਈ ਨੋਟ ਵੀ ਕੈਨ। ਜੇ ਅਸੀਂ ਕਹਿੰਦੇ ਹੈਗੇ ਆ ਵੀ ਅਸੀਂ ਲਵਾਇਆ ਹੈਗਾ, ਅਸੀਂ ਕੇਅਰ ਕਰਦੇ ਹੈਗੇ, ਵਾਈ ਵੀ ਨੋਟ ਆਸਕਿੰਗ ਦੀ ਅਦਰ 10 ਪੀਪਲ। ਹੁਣ ਉਹਦੇ ਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਆ, ਹੁਣ ਜਿੱਥੋਂ ਇਹ ਫ੍ਰਿਕਸ਼ਨ ਸ਼ੁਰੂ ਹੋਈ ਹੈਗੀ ਆ, ਜਿਸ ਤਰ੍ਹਾਂ ਆਪਾਂ ਕਹਿੰਦੇ ਹੈਗੇ ਆ ਵੀ ਆਪਾਂ ਨੂੰ ਖੁੱਲੀ ਛੁੱਟੀ ਹੈਗੀ ਆ ਵੀ ਕੋਈ ਵੀ ਡੈਮੋਨਸਟ੍ਰੇਸ਼ਨ ਕਰਨ ਦੀ, ਦੇयर इज नो ਇਸ਼ੂ, ਲਾਈਕ no question asked ਵੀ ਹਾਂ ਵੀ everybody has a right। ਪਰ ਜਦੋਂ ਉਹ ਕਿਸੇ ਨੂੰ ਉੱਥੇ ਬਲੌਕੇਜ ਕਰਦੇ ਹੈਗੇ ਜਾਂ ਦੂਜਿਆਂ ਬੰਦਿਆਂ ਨੂੰ ਇੰਪੈਕਟ ਕਰ ਰਹੇ ਹੈਗੇ ਆ, how you feel think that if you are on that end। ਬਿਲਕੁਲ ਜੀਵਨ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂਗਾ, ਕਿਉਂਕਿ ਅੱਜ 7 ਦਿਨ ਹੋ ਗਏ ਆ ਪ੍ਰੋਟੈਸਟ ਆਟਵਾ ਦੇ ਵਿੱਚ ਚੱਲਦੇ। ਜੋ ਹਾਲ ਇੱਥੇ ਮੀਡੀਆ ਦਾ ਹੋਇਆ ਪਿਆ ਆ, ਉਹ ਕਿਸੇ ਤੋਂ ਛਿਪਿਆ ਨਹੀਂਗਾ। CBC ਵਰਗਾ ਮੀਡੀਆ ਕਿਸ ਤਰ੍ਹਾਂ ਗੋਦੀ ਮੀਡੀਆ, ਜਿੱਦਾਂ ਆਪਾਂ ਪਿੱਛੇ ਕਿਸਾਨ ਅੰਦੋਲਨ ਦੁਨੀਆ ਦੇ ਉੱਤੇ ਇੱਕ ਆਪਣੀ ਛਾਪ ਛੱਡ ਕੇ ਗਿਆ ਆ,
ਬਿਲਕੁਲ ਇੱਥੇ ਦੀ ਕੈਨੇਡਾ ਦੀਆਂ ਗਵਰਨਮੈਂਟਸ, ਇੱਥੇ ਦੇ ਬਿਊਰੋਕਰੇਟਸ, ਇੱਥੇ ਦਾ ਮੀਡੀਆ ਉਸੇ ਤਰਜ਼ ਦੇ ਉੱਤੇ ਤੁਰਿਆ ਪਿਆ। ਔਰ ਪਿਛਲੇ ਸਮੇਂ 'ਚ ਅਸੀਂ 3 ਦਿਨ ਆਟਵਾ 'ਚ ਰਹਿ ਕੇ ਆਏ ਹਾਂ, ਅੱਜ ਤੱਕ ਮੈਨੂੰ ਇੱਕ ਵੀ ਕੋਈ ਉੱਥੇ ਦੀ ਘਟਨਾ ਦੱਸ ਦਿਓ ਕਿ ਜਿਹੜੀ ਉੱਥੇ ਦੀ ਵਾਇਓਲੇਸ਼ਨ ਹੋਈ ਹੋਵੇ ਵੱਡੇ ਪੱਧਰ ਦੇ ਉੱਤੇ। ਉੱਥੇ ਦੀਆਂ ਜਿਹੜੀਆਂ ਗਰਾਊਂਡ ਦੇ ਉੱਤੇ ਫੋਰਸ ਜਾਂ ਪੁਲਿਸ ਲਾਈ ਆ, ਜਿਹੜੀ ਟੋਰਾਂਟੋ ਤੋਂ ਸੱਦ ਕੇ, ਲੰਡਨ ਤੋਂ ਸੱਦ ਕੇ, ਸਾਰੇ ਥਾਂ ਤੋਂ, ਉੱਥੇ ਇੱਕ ਵੀ ਵਾਇਲੈਂਸ ਹੋਈ ਹੋਵੇ। ਪਿੱਛੇ ਜਿਹੇ ਇਸ ਮੀਡੀਆ ਨੇ ਟੈਰੀ ਫੌਕਸ ਦੇ ਉੱਤੇ, ਸਟੈਚੂ ਦੇ ਉੱਤੇ, ਉੱਥੇ ਵਾਸ਼ਰੂਮ ਕਰਨ ਦੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ। ਔਰ ਉਸ ਤੇ ਅਸੀਂ ਉਸ ਗਰਾਊਂਡ ਰਿਐਲਿਟੀ ਦੇ ਉੱਤੇ ਸੀਗੇ, ਲੋਕਾਂ ਨੇ ਆਪਣੇ ਮਫਲਰਸ ਲਾ ਕੇ, ਆਪਣੀਆਂ ਜੈਕਟਸ ਲਾ ਕੇ ਉਸ ਸਟੈਚੂ ਨੂੰ ਸਾਫ਼ ਕੀਤਾ। ਉਹ ਤਾਂ ਕਿਸੇ ਮੀਡੀਆ ਨੇ, ਇਹਨਾਂ ਸਰਕਾਰਾਂ ਨੇ ਅੱਜ ਤੱਕ ਲੋਕਾਂ ਨੂੰ ਨਹੀਂ ਦੱਸਿਆ। ਲੋਕ ਉੱਥੇ ਖੜ ਕੇ ਉਹ ਕੈਨੇਡਾ ਦੇ ਜਿਹੜੇ ਆ, ਉਹ ਜਿਹੜਾ ਨੈਸ਼ਨਲ ਐਂਥਮ ਗਾ ਰਹੇ ਆ, ਕੈਨੇਡਾ ਦੀ ਪ੍ਰੇਅਰ ਕਰ ਰਹੇ ਆ। ਗੱਲ ਬਿਲਕੁਲ ਘੁਮਾ ਫਰਾ ਕੇ ਇਹ ਪੋਲੀਟੀਸ਼ੀਅਨ ਜਿਹੜੇ ਕਿਸੇ ਦੇ ਸੰਗ ਚ ਤਾਰ ਰਹੇ ਆ। ਜਿਹੜਾ ਮੈਂਡੇਟ ਸ਼ਬਦ ਆ ਨਾ ਜੀ ਕੈਨੇਡੀਅਨ ਨੂੰ, ਉਹ ਐਜ਼ ਇੱਥੇ ਦੇ ਚਾਰਟਰ ਆਫ ਰਾਈਟਸ ਤੇ ਉਤੋਂ ਹੀ ਚਿੜਿਆ ਜੀ। ਬਸ਼ਾਰਤ ਸਿੰਘ ਜੀ, ਬਸ਼ਾਰਤ ਸਿੰਘ ਜੀ। ਸਾਹਿਬ ਨੇ ਬੜਾ ਫੋਰਸਫੁਲੀ ਜਿਹੜਾ ਉਹ ਐਕਸਪਲੇਨ ਕੀਤਾ, ਔਰ ਜੀਵਨ ਉਹਨਾਂ ਨੇ ਬੜਾ ਵਧੀਆ ਨੁਕਤਾ ਉਹਦੇ ਵਿੱਚ ਚੁੱਕਿਆ। ਸਤਨਾਮ ਉਹਨਾਂ ਨੇ ਵੀ ਬੜਾ ਸੋਹਣਾ ਦੱਸਿਆ। ਮੈਨੂੰ ਐਜ਼ ਆਈ ਅੰਡਰਸਟੈਂਡ ਇਹ ਲੜਾਈ ਸਿਰਫ ਉਸ 10% ਲੋਕਾਂ ਦੀ ਆ ਹੂ ਆਰ ਅਨਵੈਕਸੀਨੇਟਿਡ। ਇਜ਼ ਦੈਟ ਰਾਈਟ? ਹੈ ਨਾ, ਉਹਨਾਂ ਬਾਰੇ ਸਾਰਾ ਹੱਲਾ, ਜਿਹਦੇ ਵਿੱਚੋਂ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿ, ਔਰ ਤੁਸੀਂ ਵੀ ਦੱਸਿਆ ਕਿ ਉਹਦੇ ਵਿੱਚ ਬਹੁਤ ਸਾਰੇ, ਕਿਉਂਕਿ ਇਹ ਬੜੀ ਅਨਸੋਸ਼ਲ ਆਵਰਸ ਨੇ, ਬੜੀਆਂ ਲੰਮੀਆਂ ਇਹਦੇ 'ਚ ਸ਼ਿਫਟਾਂ ਨੇ, ਔਰ ਥਾਂ ਥਾਂ ਦਾ ਪਾਣੀ, ਰੋਟੀ ਪਾਣੀ ਉਹਨਾਂ ਨੂੰ ਖਾਣਾ ਪੈਂਦਾ। ਟਰੱਕਰ ਜਿਹੜੇ ਆ ਉਹ ਦੇ ਆਰ ਸਫਰਿੰਗ ਫਰੋਮ maybe so many other ailments also। ਉਹਦੇ ਵਾਸਤੇ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ, there is a provision। ਜੇ ਉਹ 10% ਆ ਤੇ ਉਹਦੇ ਵਿੱਚੋਂ 2, 4, 5% ਸਮਝੋ ਵੀ ਉਹ ਲੋਕ ਨੇ ਜਿਹਨਾਂ ਮੈਡੀਕਲੀ ਐਗਜ਼ੈਂਪਟ ਹੋ ਸਕਦੇ ਆ। ਸੋ ਬਾਕੀ ਸਿਰਫ 5% ਰਹਿ ਜਾਂਦੇ ਆ। ਸੋ ਇਹ ਲੜਾਈ, so far as I understand, is only for 5%। ਮੇਰਾ ਸਵਾਲ ਇਹ ਹੈ ਵੀ ਆਪਾਂ ਸਾਰੇ ਜਾਂ ਸਾਰੇ ਕੈਨੇਡੀਅਨ ਜਿਹੜੇ ਆ ਉਹ ਸਾਇੰਸ ਦੇ ਨਾਲ ਉਹਨਾਂ ਸਟੱਡੀ ਨਹੀਂ ਕੀਤੀ ਹੋਵੇਗੀ, ਪਰ ਉਹ ਇਹਨਾਂ ਕਿਤੇ ਹੁਣ ਇੰਨੇ ਚਿਰ ਬਾਅਦ ਸਮਝਦੇ ਆ ਕਿ ਵਾਇਰਲ ਜਿਹੜੀਆਂ ਇਹ ਕਿਵੇਂ ਕੰਮ ਕਰਦੀਆਂ। ਇਹਦੇ ਵਿੱਚ ਜ਼ੀਰੋ ਟੋਲਰੈਂਸ ਆ। ਇਹਦੇ ਵਿੱਚ 1% ਲੋਕ ਵੀ ਜਿਹੜੇ ਆ ਉਹ ਕੈਰੀਅਰ ਜੇ ਹੋ ਜਾਂਦੇ ਆ ਤੇ ਉਹ ਜਿਹੜਾ ਤੁਹਾਡਾ 99% ਕੰਮ ਕੀਤਾ ਜਿਹੜਾ ਨਾ, ਉਹ ਦੈਟ ਇਜ਼ ਨਲ ਐਂਡ ਵਾਇਡ। ਸੋ ਦੈਟ ਇਜ਼ ਵਾਟ ਦੇ ਆਰ ਵਰਕਿੰਗ। ਜਿਹੜੇ ਮੈਂ ਇਹਦੇ ਚ ਜਿਹੜੀ ਹੁਣ ਤੱਕ ਐਂਗਲ ਨਹੀਂ ਇਹਦੇ ਵਿੱਚ ਆਇਆ, ਮੈਂ ਉਹ ਤੁਹਾਨੂੰ ਉਠਾਉਣਾ ਚਾਹੁੰਦਾ। ਪਲੀਜ਼ ਕਮੈਂਟ ਔਨ ਦੈਟ ਕਿ ਇਹਦੇ ਵਿੱਚ ਇਹੋ ਹੀ ਉਹ ਚਾਰਟਰ ਤੇ ਹਿਊਮਨ ਫਰੀडम ਦਾ ਐਂਗਲ ਆ ਕਿ ਕੋਈ ਪੋਲੀਟੀਕਲ ਐਂਗਲ ਵੀ ਹੈਗਾ। ਕਿਉਂਕਿ ਜੇ ਤੁਹਾਨੂੰ ਪਤਾ ਹੋਵੇ ਅਮਰੀਕਾ ਦਾ, ਤੇ ਅਮਰੀਕਾ ਦੀ ਟਰੰਪ ਸਰਕਾਰ ਜਿਹੜੀ ਆ ਉਹਦੇ ਡਿੱਗਣ ਵਿੱਚ ਇਹ ਵੀ ਇੱਕ ਫੈਕਟਰ ਹੈਗਾ ਸੀ। ਉਹ ਟੁੱਕ ਇਟ ਸੋ ਲਾਈਕ। ਸਰਦਾਰ ਸਾਹਿਬ, ਫਿਰ ਜਿਹੜਾ ਹੁਣ ਜਿਹੜੀ ਸਟੇਟਮੈਂਟ ਜਿਹੜੀ ਇੱਥੇ ਦੀ ਸੁਪਰੀਮ ਕੋਰਟ ਦੀ ਆਈ ਆ, ਫਿਰ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਮੈਨੂੰ ਪਹਿਲਾਂ ਆਪਣੀ ਗੱਲ ਖਤਮ ਕਰ ਲੈਂਦੇ ਹੋ। ਉਹ ਜਿਹੜਾ ਉਹ ਸਰਕਾਰ ਜਿਹੜੀ ਆ ਉਹਦੇ ਚ ਡਿੱਗਣ ਦਾ ਇੱਕ ਇਹ ਵੀ ਫੈਕਟਰ ਸੀ, ਦੇ ਟੁੱਕ ਇਟ ਸੋ ਲਾਈਟਲੀ। ਤੇ ਕਿਤੇ ਇਹ ਨਾ ਹੋਵੇ ਵੀ ਕੈਨੇਡਾ ਸਰਕਾਰ ਜਿਹੜੀ ਹੈ ਇਸ ਕਰਕੇ ਦੇਖਦੀ ਜਾਵੇ ਵੀ ਦੇ ਆਰ ਟੇਕਿੰਗ ਇਟ ਟੂ ਸੀਰੀਅਸਲੀ। ਜਿਹੜੀ ਦੁਨੀਆ ਦੀ ਇਸ ਵੇਲੇ ਰਿਕੁਆਇਰਮੈਂਟ ਆ, ਔਰ ਜਿਹੜੇ ਲੋਕ ਇਹਦੇ ਵਿੱਚ ਪਿੱਛੇ ਨੇ, ਜਿਹੜੇ ਮੁਲਕ ਇਹਦੇ ਵਿੱਚ ਪਿੱਛੇ ਨੇ, ਦੇ ਆਰ ਸਫਰਿੰਗ ਮੋਰ। ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ, ਤੁਹਾਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਤੁਹਾਡਾ ਕੰਟਰੀ ਜਿਹੜਾ ਕੈਨੇਡਾ ਇਸ ਵੇਲੇ ਇਟ ਇਜ਼ ਅ ਲੀਡਿੰਗ ਕੰਟਰੀ ਇਨ ਸਕਸੈਸਫੁਲ ਡਾਈਵਰਸਿਟੀ। ਜਿੱਥੇ ਡਾਈਵਰਸਿਟੀ ਜਿਹੜੀ ਆ ਉਹ ਘੁੱਗ ਵਸਦੀ ਆ। ਅਮਰੀਕਾ ਦਾ ਜਿਹੜਾ ਝੰਡਾ ਸੀ ਉਹ ਤੁਸੀਂ ਲੈ ਲਿਆ, ਤੇ ਕਿਤੇ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਕਿ ਉਹ ਡਿਵੀਜ਼ਨ ਜਿਹੜੀ ਆ ਇਹਦੇ ਨਾਂ ਤੇ, ਉਹ 5% ਲੋਕਾਂ ਦੇ ਨਾਂ ਤੇ ਜਿਹੜਾ ਉਹ, ਔਰ ਜਿਹੜੇ ਡੇਂਜਰ ਵੀ ਆ, ਯੂ نو ਹੂ ਕੈਨ ਐਕਸਪੋਜ਼ ਦੈਟ ਆਪਣੇ ਆਪ ਨੂੰ ਵੀ, ਆਪਣੇ ਪਰਿਵਾਰਾਂ ਨੂੰ ਵੀ, ਔਰ ਬਾਕੀ ਜਿਹੜੀ 95% ਆਬਾਦੀ ਹੈਗੀ ਆ ਕਿ ਉਹਨਾਂ ਨੂੰ ਡੇਂਜਰ ਕਰਦੇ ਆ। ਸੋ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਸੁਪਰੀਮ ਕੋਰਟ ਵਾਲੇ ਮੈਂ ਤੁਹਾਨੂੰ ਬਾਅਦ ਇਹਦਾ ਜਵਾਬ ਜੀ ਮੈਂ ਸਤਨਾਮ ਸਿੰਘ ਦੇਣਾ ਚਾਹੂੰਗਾ ਤੁਹਾਡਾ। ਸਰ ਤੁਸੀਂ ਬਹੁਤ ਵਧੀਆ ਕੁਐਸਚਨ ਜਿਹੜਾ ਆ ਉਹ ਰੇਜ਼ ਕੀਤਾ ਇਹਦੇ ਵਿੱਚੋਂ ਕਿ 5%। ਇਹ ਆਪਣੇ ਸੁਖਰਾਜ ਸੰਧੂ ਭਾਈ ਉਹਨਾਂ ਨੇ ਜਿਹੜੀ ਪਹਿਲਾਂ ਗੱਲ ਰੱਖੀ ਆ ਕਿ ਇਹ ਮਿਨਿਸਟਰ ਦੀ ਜਿਹੜੀ ਕੈਲਕੂਲੇਸ਼ਨ ਆ ਕਿ 10% ਨੂੰ ਹੀ ਰਹਿ ਗਿਆ ਜਿਹੜਾ ਨੂੰ ਵੈਕਸੀਨੇਸ਼ਨ ਨਹੀਂ ਦਿੱਤਾ ਗਿਆ। ਪਰ ਅਕੋਰਡਿੰਗ ਟੂ ਦੈਟ ਜਿਹੜੇ ਉੱਥੇ ਲੋਕ ਇਕੱਠੇ ਹੋਏ ਆ, ਜੋ ਅਸੀਂ ਸੋਚਦੇ ਆ, ਇਟਸ ਆਲ ਕੈਲਕੂਲੇਸ਼ਨ ਇਜ਼ ਰੋਂਗ। ਦੈਟਸ ਦਾ ਪੁਆਇੰਟ। ਐਕਚੁਅਲੀ ਉਹ ਸਮਝਣ ਵਾਲੀ ਇਹ ਗੱਲ ਆ ਕਿ ਜਿਹੜੇ ਨੰਬਰ ਦਿੱਤੇ ਗਏ ਨਾ, ਇਹ ਨੰਬਰ ਗਲਤ ਨੇ, ਇਹ ਨੰਬਰ ਸਹੀ ਨਹੀਂ ਹੈਗੇ। ਕਿ ਜਦੋਂ ਇੱਕ ਟਾਈਮ ਹੁੰਦਾ ਨਾ, ਜਦੋਂ ਅਸੀਂ ਕਿਸੇ ਚੀਜ਼ ਲਈ ਲੜ ਰਹੇ ਆ, ਤੇ ਜਦੋਂ ਅਸੀਂ ਲੋਕਾਂ ਲਈ ਫੂਡ ਟੇਬਲ ਤੇ ਲੈ ਕੇ ਆ ਰਹੇ ਆ, ਅਸੀਂ ਆਪਣੀ ਜ਼ਿੰਦਗੀਆਂ ਦਾਅ ਤੇ ਲਾ ਰਹੇ, ਅਸੀਂ ਵੀ ਬੇਸਮੈਂਟਾਂ ਚੋਂ ਨਿਆਣੇ ਤੋਂ ਲੁਕ ਕੇ ਸੁੱਤੇ ਆ
ਕਿ ਨਿਆਣਿਆਂ ਨੂੰ ਸਾਡਿਆਂ ਨੂੰ ਕਿਤੇ ਸਾਡੇ ਕੋਲ ਕੁਝ ਨਾ ਹੋ ਜਾਵੇ। ਅਸੀਂ ਵੀ ਉਹ ਦਿਨ ਦੇਖੇ ਆ। ਉਸ ਟਾਈਮ ਗਵਰਨਮੈਂਟਾਂ ਨੇ ਸਾਨੂੰ ਵੈਕਸੀਨੇਸ਼ਨ ਸਪੈਸ਼ਲ ਜਿਹੜੇ ਆਪਣੇ ਫਰੰਟ ਲਾਈਨ ਵਰਕਰਾਂ ਦੇ ਵਿੱਚ ਲਿਜਾ ਕੇ ਕਿਉਂ ਨਹੀਂ ਦਿੱਤੇ, ਔਰ ਅਸੀਂ ਖੁਦ ਆਪਣੀਆਂ ਲਾਈਨਾਂ ਦੇ ਵਿੱਚ ਜਾ ਕੇ ਲੱਗ ਕੇ ਆਪਣੇ ਵੈਕਸੀਨੇਸ਼ਨ ਸਰ ਵੀ ਲਏ ਆ। ਸੋ ਮੈਂ ਦੂਸਰੀ ਗੱਲ ਇਹ ਵੀ ਕਹਿੰਦਾ ਜਾਵਾਂ, ਇਹ ਕੈਲਕੂਲੇਸ਼ਨ ਆ, ਇਹ ਬਿਲਕੁਲ ਰੋਂਗ ਆ ਸਾਡੇ ਹਿਸਾਬ ਨਾਲ ਟੱਕਰ ਜਾਣਾ। ਜੇ ਤੁਸੀਂ ਟਰੱਕਰਸ ਦਾ ਹਜੂਮ ਦੇਖੋ, ਜੇ ਕੋਈ ਇਹ ਨਾ ਸੋਚੋ ਵੀ ਇਕੱਲੇ ਕਾਰਾਂ ਵਾਲੇ ਆ ਗਏ ਜਾਂ ਫੈਮਲੀਆਂ ਇਕੱਠੀਆਂ ਕਰਕੇ ਆ ਗਏ ਜਾਂ ਹੋਰ ਬੰਦੇ ਆ ਗਏ, ਇਹ ਲੋਕਾਂ ਦੇ ਉੱਥੇ ਲੋਕੀ ਅਸੀਂ ਦੇਖੇ ਰੋਂਦੇ, ਲੋਕੀ ਦੇਖੇ ਜਿਹੜੇ ਸਾਨੂੰ ਜੱਫੀਆਂ ਪਾ ਕੇ ਕਹਿੰਦੇ ਸੀ ਸਾਡੇ ਬਿਜ਼ਨਸ ਡੁੱਬ ਗਏ, ਸਾਡੇ ਟਰੱਕਿੰਗ ਡੁੱਬ ਗਈ, ਸਾਨੂੰ ਮਤਲਬ ਸਾਡੀ ਰੋਟੀ ਖਾਣ ਨੂੰ ਸਾਡੇ ਕੋਲ ਜਗ੍ਹਾ ਨਹੀਂ ਬਚੀ, ਅਸੀਂ ਕਿੱਥੇ ਨੂੰ ਜਾਈਏ। ਗੌਰਮੈਂਟਾਂ ਨੇ ਲਾਕਡਾਊਨ ਲਾ ਕੇ ਇਹ ਜਿਹੜੇ ਬਿਜ਼ਨਸ ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਨਾ ਖੜੇ ਕਰ ਲਓ ਸਰ ਜੀ, ਉਹ ਖਤਮ ਹੋ ਚੁੱਕੇ ਨੇ। ਰੋਂਦੇ ਸੀਗੇ ਉਸ ਦਿਨ ਸਾਡੇ ਕੋਲ, ਰੋਂਦੇ, ਔਰ ਅਸੀਂ ਇਸ ਨੂੰ ਬਹੁਤ ਕਲੋਜ਼ਲੀ ਜਾ ਕੇ ਦੇਖਦੇ ਪਏ ਆ ਮਾਮਲੇ ਨੂੰ। ਚਲੋ ਠੀਕ। ਭਾਜੀ ਜੇ ਤੁਸੀਂ ਕਹਿ ਰਹੇ ਹੈਗੇ ਆ ਵੀ ਉਹ ਸਮਾਲ ਬਿਜ਼ਨਸ ਵਾਲੇ ਰੋ ਰਹੇ ਹੈਗੇ ਆ, ਤੇ ਜਦੋਂ ਬੰਦਾ ਉਹਨਾਂ ਦਾ ਨਾ ਰਿਹਾ ਤਾਂ ਫਿਰ ਉਹ ਕਿਹਨੂੰ ਰੋਣਗੇ? ਮਰਨ ਨੂੰ ਤਿਆਰ ਹੈ ਬੰਦਾ। that is the question ਭਾਜੀ ਸਤਨਾਮ। ਇੱਕ ਮਿੰਟ ਮੈਂ ਬੜਾ ਮੈਂ ਉਹਨਾਂ ਦੇ ਨਾਲ ਹੀ ਜੋੜਨਾ ਚਾਹੁੰਦਾ ਆਪਣਾ ਜੀਵਨ ਉਹਨਾਂ ਦੇ ਨਾਲ। ਤੁਸੀਂ ਫਰੰਟ ਲਾਈਨ ਵਰਕਰ ਹੋ ਤੇ ਆਈ ਡੋਂਟ ਥਿੰਕ ਪ੍ਰੈਜ਼ੀਡੈਂਟ ਇਜ਼ ਅੰਡਰ ਐਸਟੀਮੇਟਿੰਗ ਦ ਰੋਲ ਆਫ ਦ ਟਰੱਕਿੰਗ ਬਿਜ਼ਨਸ, ਐਂਡ ਹੀ ਆਲਸੋ ਐਪਰੀਸ਼ੀਏਟਸ ਵੀ ਇਹ ਜਿਹੜਾ ਪ੍ਰੋਟੈਸਟ ਕਰਨਾ, ਰੋਜ਼ ਮੁਜ਼ਾਹਰਾ ਕਰਨਾ ਜਿਹੜਾ ਇਹ ਹਰ ਇੱਕ ਬੰਦੇ ਦਾ, ਔਰ ਕੈਨੇਡੀਅਨ ਦਾ ਖਾਸ ਤੌਰ ਤੇ ਜਿਹੜਾ ਉਹਦਾ ਇਹ ਫੰਡਾਮੈਂਟਲ ਰਾਈਟ ਹੈ। ਹੀ ਡਸਨਟ ਡਿਨਾਈ ਦੈਟ। ਔਰ ਈਵਨ ਉਸ ਗੱਲ ਨੂੰ ਵੀ ਹੁਣ ਤੁਸੀਂ ਓਵਰਲੋਕ ਕਰੋ ਵੀ ਜਿਹਦੇ ਵਿੱਚ ਉਹਨਾਂ ਨੇ ਕੁਝ ਬੰਦੇ ਨੇ, ਚਲੋ ਇਹ ਸਾਰੇ ਅੰਦੋਲਨਾਂ ਦੇ ਵਿੱਚ ਉਹੋ ਜਿਹੇ ਅੰਸ਼ ਵੱਜ ਜਾਂਦੇ ਹੁੰਦੇ ਨੇ ਜਿਹੜੇ ਨੂੰ 1776 ਦੇ ਨਾਲ ਜਿਹੜਾ ਕੰਪੇਅਰ ਕਰ ਰਹੇ ਨੇ, 2022 ਜਿਹੜਾ। ਸੋ ਦੇ ਆਰ ਸੇਇੰਗ ਵੀ 1776 ਬਾਰੇ ਲੜਾਈ ਹੋ ਰਹੀ ਹੈ। ਉਹ ਜਿਸ ਤਰ੍ਹਾਂ ਇੱਥੇ ਅਮਰੀਕਾ ਦੇ ਵਿੱਚ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਦੋ ਪਾਰਟੀਆਂ ਜਿਹੜੀਆਂ ਉਹ ਬਣ ਗਈਆਂ, ਇੱਕ ਪੈਟਰੀਅਟ ਤੇ ਇੱਕ ਅਨਪੈਟਰੀਅਟ। ਪੈਟਰੀਅਟਸ ਉਹ ਨੇ ਜਿਹੜੇ ਆਂਦੇ ਨੇ ਵੀ ਨਹੀਂ ਵੈਕਸੀਨੇਸ਼ਨ ਨਹੀਂ ਲਾਉਣੀ, ਤੇ ਅਨਪੈਟਰੀਅਟਿਕ ਉਹ ਨੇ ਜਿਹੜੇ ਆਂਦੇ ਨੇ ਵੀ ਠੀਕ ਹੈ ਜੋ ਮਤਲਬ ਸਾਇੰਸ ਕਹਿ ਰਹੀ ਹੈ ਸਾਨੂੰ, ਜੋ ਸਾਡੀਆਂ ਹੈਲਥ ਅਥਾਰਟੀਜ਼ ਕਹਿ ਰਹੀਆਂ ਨੇ, ਵੀ ਵਿਲ ਅਬਾਈਡ ਬਾਈ ਦੈਟ। ਉਹ ਇਸ ਤਰ੍ਹਾਂ ਦਾ ਕੋਈ ਜਿਹੜਾ ਜੀਵਨ ਉਹਨਾਂ ਨੇ ਕੁਐਸਚਨ ਕੀਤਾ, ਤੁਸੀਂ ਸ਼੍ਰੀਮਾਨ ਜੀ ਫਰੰਟ ਲਾਈਨ ਦੇ ਲੋਕ ਜੇ, ਤੁਹਾਡਾ ਮਤਲਬ ਸਿਰਫ ਤੁਹਾਡੇ ਟੱਬਰਾਂ ਨੂੰ ਹੀ ਭੁਗਤਿਆ ਨਹੀਂ, ਸਾਰੀ ਨੇਸ਼ਨ ਨੂੰ ਭੁਗਤਿਆ। ਇਸ ਕਰਕੇ ਵੀ ਜਿਹੜਾ ਹੈ ਨਾ ਉਹ ਸਰਕਾਰ ਦੀ ਡਬਲ ਟ੍ਰਿਪਲ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਹਾਡੀ ਸੇਫਟੀ ਜਿਹੜੀ ਆ ਆਰਮੀ ਸੋਲਜਰਸ ਨਾਲੋਂ ਵੀ ਉਹ ਇੰਪੋਰਟੈਂਟ ਟੌਪਿਕ ਤੇ ਰੱਖੀ ਜਾਵੇ। ਔਰ ਜੇ ਤੁਸੀਂ ਕਹਿੰਦੇ ਜੇ ਕਿ 10% ਤੋਂ ਜ਼ਿਆਦਾ ਨੇ ਤੇ ਉਹ that is even more dangerous situation। ਪਸ਼ੌਰਾ ਸਿੰਘ ਜੀ, that even goes ਗੈਰੀ ਜੀ ਹੁਣ ਅੱਗੇ ਚਲੋ। not in favor of। ਗੋਤੇ ਪਸ਼ੌਰਾ ਸਿੰਘ ਜੀ, ਯੂਨਾਈਟਿਡ ਸਟੇਟ ਦੇ ਵਿੱਚ ਮੈਂਡੇਟਰੀ ਆ? I am not arguing mandatory that United States ਨਾ ਮੈਂ ਤੁਹਾਨੂੰ ਕੁਐਸਚਨ ਕਰ ਰਿਹਾ, ਤੁਸੀਂ ਦੇਖੋ ਤੁਸੀਂ ਦੂਸਰੇ it is not it is not mandatory, it is not Okay, that's mandatory। fine, thank you. then why we Gary- asking Gary about Okay, ਗੁਪਤਾ ਜੀ ਕੈਨੇਡਾ ਦੀ ਗੱਲ ਕਿਉਂ ਕਰਦੇ ਆ ਫਿਰ? ਹਾਂਜੀ ਗੁਪਤਾ ਸਰ ਜੀ, ਨਾ that's okay, ਮੈਂ ਡਿਟੇਲ ਕਰਦੇ ਆ ਉਹ ਫਿਰ। ਕਾਮਨਵੈਲਥ sir, ਕੰਟਰੀ ਆ, ਕਾਮਨਵੈਲਥ। ਗੁਪਤਾ ਜੀ ਦੇਖੋ ਤੁਸੀਂ ਫਿਗਰਾਂ ਜੇ ਵਰਲਡ ਦੀਆਂ ਦੇਖੋ, USA ਚ 33 ਕਰੋੜ ਆਬਾਦੀ ਹੈ, 9,27,000 ਬੰਦੇ ਮਰੇ ਕਰੋਨਾ ਦੇ ਪੀਰੀਅਡ। ਬ੍ਰਾਜ਼ੀਲ ਚ 21 ਕਰੋੜ ਆਬਾਦੀ ਹੈ, 6,29,000 ਮਰੇ। ਇੰਡੀਆ ਚ 144 ਕਰੋੜ ਹੈ, 4,90,000 ਮਰੇ। ਕੈਨੇਡਾ ਇਜ਼ ਦੀ ਓਨਲੀ ਕੰਟਰੀ ਇਨ ਦੀ ਵਰਲਡ ਜਿੱਥੇ 4 ਕਰੋੜ ਆਬਾਦੀ ਹੈ, ਪ੍ਰਪੋਰਸ਼ਨੇਟਲੀ 34,000 ਬੰਦੇ ਮਰੇ। 34,000 ਬੰਦੇ। ਸੇਵਿੰਗ ਪੁਆਇੰਟ। ਇੱਕ ਮਿੰਟ, ਸੈਕੰਡ ਪੁਆਇੰਟ, ਇਹਦੇ ਦੋ ਕੰਪੋਨੈਂਟ। ਅਮਰੀਕਾ ਨੂੰ ਛੱਡੋ, ਅਮਰੀਕਾ ਚ ਕੀ ਹੈ, ਡੁਪਲੀਸਿਟੀ ਹੈ। ਸਾਰੇ ਰਿਪਬਲਿਕਨਸ ਨੇ ਇੰਜੈਕਸ਼ਨ ਲਵਾਏ, ਇਨਕਲੂਡਿੰਗ ਟਰੰਪ, ਇਨਕਲੂਡਿੰਗ ਟੈਡ ਕਰੂਜ਼, ਔਰ ਲੋਕਾਂ ਨੂੰ ਕਹੀ ਜਾਂਦੇ ਨੇ ਬਈ ਭਾਈ ਇਹ ਇਹਨਾਂ ਦਾ ਰਾਈਟ ਹੈ। ਇਜ਼ ਅ ਡੁਪਲੀਸਿਟੀ ਇਨ ਅਮਰੀਕਨ ਪੋਲਿਟਿਕਸ ਐਂਡ ਅਮਰੀਕਨ ਪੋਲੀਟੀਸ਼ੀਅਨਸ। ਆਪਣੇ ਟੀਕੇ ਲਵਾ ਲਏ। ਟਰੰਪ ਨੇ ਵੀ ਜਦ ਉੱਥੇ ਗਿਆ ਹਸਪਤਾਲ ਚ, ਉਹ ਕਹਿੰਦਾ ਮਾਸਕ ਤੋਂ ਬਿਨਾਂ ਨਹੀਂ ਆਣਾ ਤੂੰ, ਤੇ ਉੱਥੇ ਗਿਆ ਮਾਸਕ ਲਾਇਆ, ਫਿਰ ਵਾਪਸ ਆਇਆ ਸੇਫ ਐਂਡ ਸੇਫ। ਫਿਰ ਪ੍ਰੈਜ਼ੀਡੈਂਟ ਦੇ ਰਾਈਟਸ ਕਰਾਤੇ। ਸੋ ਡੋਂਟ ਟਾਕ ਆਫ ਅਮਰੀਕਾ, ਦੇ ਡੂ ਡੁਪਲੀਸਿਟੀ। ਨੰਬਰ 1। ਇੱਕ ਮਿੰਟ, ਵਾਇਰੋਲੋਜੀ ਤੇ ਪਛੋਰਾ ਜੀ, ਕੈਨੇਡਾ ਚ ਮੈਕਸਿਮਮ ਇਮੀਗ੍ਰੇਸ਼ਨ ਹੁੰਦੀ ਹੈ, ਬਾਹਰੋਂ ਬੰਦਾ ਬਹੁਤ ਆਉਂਦਾ ਹੈ। ਇਸ ਕਰਕੇ ਕੈਨੇਡਾ ਸੇਫ 100% ਸੇਫ ਪਲੇ ਕੀਤਾ। ਦੋ ਐਸਪੈਕਟ ਨੇ ਇਹਦੇ, ਇੱਕ ਹੈ ਸੋਸ਼ਲ ਐਸਪੈਕਟ, ਇੱਕ ਹੈ ਇਕਨੋਮਿਕ ਐਸਪੈਕਟ। ਸੋਸ਼ਲੀ ਕਿਸੇ ਵੀ ਵਰਲਡ ਦੇ ਰਿਲੀਜੀਅਸ ਗਰੁੱਪ ਨੇ ਇਹਨੂੰ ਅਪੋਜ਼ ਨਹੀਂ ਕੀਤਾ, ਐਕਸੈਪਟ ਕ੍ਰਿਸਚੀਅਨਸ ਜਿਹੜੇ ਇੱਥੇ ਪਾਦਰੀ ਬੈਠੇ ਸੀ, ਉਹਨਾਂ ਨੇ ਬਾਰਡਰਾਂ ਤੇ ਤਾਂ ਕੋਈ ਨਹੀਂ ਟੱਚ ਕਰਦਾ, ਉਹ ਸਾਰੇ ਕਹਿ ਜੀ ਸੁਣ ਤਾਂ ਲਾਉਣ। ਤੁਸੀਂ ਨਾ ਹੁਣ ਮੈਨੂੰ ਤਾਂ ਰਿਪਬਲਿਕਨ ਪਾਰਟੀ ਦੇ ਸਾਰੇ ਬੰਦਿਆਂ ਨੇ ਟਿੱਕੇ ਲਵਾਏ ਆ,
ਪਬਲਿਕ ਨੂੰ ਕੀ ਕਹਿੰਦੇ ਨੇ ਇਹ ਕੁਐਸਚਨ ਨਹੀਂ ਹੈ, ਲਵਾਉਣ ਦੀ ਗੱਲ ਹੈ। ਯੂ ਆਰ ਟਾਕਿੰਗ ਅਮਰੀਕਾ ਦੀ ਗੱਲ, ਹੁਣ ਇਹਨਾਂ ਨੇ ਅਮਰੀਕਾ ਦੀ ਗੱਲ ਕੀਤੀ ਨਾ ਸੁਪਰੀਮ, ਇਹ ਕਹਿ ਰਹੇ ਵੀ ਅਮਰੀਕਾ 'ਚ ਮੈਂਡੇਟ ਓਕੇ ਮੈਂਡੇਟ ਨਹੀਂ ਹੈ, ਪਰ ਗੱਲ ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨ ਨੇ ਉਹ ਰਿਪਬਲਿਕਨ ਦੇ ਜਿਹੜੇ ਅਪੋਜ਼ ਕਰਦੇ ਹੈ ਉਹਨਾਂ ਨੇ ਟੀਕੇ ਲਵਾ ਲਏ ਲੋਕਾਂ ਨੂੰ। ਹੋਰ ਚਲੋ ਨੈਕਸਟ ਪੁਆਇੰਟ, ਇਹ ਦੋ ਕੰਪੋਨੈਂਟ। ਵਿਨੋਦ ਜੀ ਮੈਂ ਇੱਕ ਲਾਸਟ ਪੁਆਇੰਟ, ਆਪਾਂ ਜੇ ਆਪਣੇ ਟੌਪਿਕ ਨੂੰ ਟਰੱਕਰਸ ਕਨਵੋਏ ਜਾਂ ਮੈਂਡੇਟ ਦੇ ਉੱਤੇ ਰੱਖੀਏ, ਅਸੀਂ ਪੋਲੀਟੀਸ਼ੀਅਨ ਤੋਂ ਕੁਝ ਨਹੀਂ ਲੈਣਾ ਕਿ ਰਿਪਬਲਿਕ ਨੇ, ਡੈਮੋਕ੍ਰੇਟ ਨੇ, ਕੰਜ਼ਰਵੇਟਿਵ ਨੇ, ਕੈਨੇਡਾ ਚ ਜਾਂ ਲਿਬਰਲਸ ਨੇ ਕੀ ਕਰਨਾ। ਇਹ ਸਾਰਾ ਕੁਝ ਹੀ ਨਿਕਲ ਕੇ ਪੋਲਿਟਿਕਸ ਦੇ ਦਿਵਾਲੇ ਜਿਹੜਾ ਘੁੰਮ ਰਿਹਾ ਸਾਨੂੰ ਵੀ ਦਿਸ ਰਿਹਾ ਆ। ਜਿਹੜੀ ਹੁਣ ਮੁੜ ਕੇ ਇਹਦਾ ਮਤਲਬ ਕਿ ਜਿਹੜੇ ਬਾਕੀ ਇੱਥੇ ਦੀਆਂ ਪ੍ਰੋਵਿੰਸਿਸ ਜਿਨ੍ਹਾਂ ਨੇ ਹੁਣ ਡਿਕਲੇਅਰ ਕੀਤਾ, ਜਿਨ੍ਹਾਂ ਚ ਸਸਕੈਚੁਅਨ ਆ, ਅਲਬਰਟਾ ਆ, ਕਿ ਉੱਥੇ ਦੇ ਪ੍ਰੀਮੀਅਰ, ਉੱਥੇ ਦੇ ਬਿਊਰੋਕਰੇਟਸ ਜਿਹੜੇ ਆ ਉਹ ਗਧੇ ਆ ਕਿ ਹੁਣ ਉਹ ਜਿਹੜਾ ਕੁਝ ਸਾਰਾ ਕੁਝ ਛੱਡ ਕੇ ਉਸ ਤੋਂ ਪਿੱਛੇ ਆ ਗਏ ਆ। ਹਰ ਸਾਲ ਨਾਰਮਲ ਫਲੂ ਦੇ ਨਾਲ ਨਾਰਥ ਅਮਰੀਕਾ ਦੇ ਵਿੱਚ ਕਿੰਨੀ ਫਿਗਰ ਦੱਸ ਦਿਓ ਡਾਕਟਰ ਸਾਹਿਬ ਮਰਦੇ ਆ। ਇੱਕ ਮਿੰਟ ਜੀਵਨ ਜੀ, ਮੈਂ ਮੈਂਡੇਟਰੀ ਬਾਰੇ ਗੱਲ ਕਰਨੀ ਚਾਹੁੰਦਾ। ਮੈਂਡੇਟਰੀ ਜਿਹੜਾ ਹੈ ਨਾ ਉਹ ਇਹ ਲਫ਼ਜ਼ ਪਤਾ ਨਹੀਂ ਇਹ ਸ਼ਾਇਦ ਬਦਨਾਮ ਆ ਕਿ ਕਿਵੇਂ ਆ, ਪਰ ਮੈਂਡੇਟਰੀ ਉਦੋਂ ਆਉਂਦਾ ਹੈ ਜਦੋਂ ਤੁਹਾਡੇ ਇੰਟਰਸਟ ਵਾਸਤੇ ਹੁੰਦਾ, ਤੁਹਾਡੀ ਸੇਫਟੀ ਬੈਲਟ ਜਿਹੜੀ ਆਪਣਾ ਕਾਰ ਦੇ ਵਿੱਚ ਆਪਾਂ ਪਾਉਂਦੇ ਆ। ਤੇ ਫਸਟ ਹੈਲਥ ਵਰਕਰ ਦੀ ਸੇਫਟੀ ਕਿੱਥੇ ਗਈ? ਜਿਹੜੇ ਸਿੱਧੇ ਐਕਸਪੋਜ਼ ਹੁੰਦੇ ਆ ਉਹਨਾਂ ਨੂੰ ਜੌਬਸ ਤੇ ਕਿਉਂ ਜਾਣ ਦਿੱਤਾ ਗਿਆ ਸਰਕਾਰਾਂ ਵੱਲੋਂ? ਠੀਕ ਹੈ ਤੁਹਾਡੀ ਗੱਲ, ਉਹ ਵੀ ਹੋਣਾ ਚਾਹੀਦਾ, ਮੈਂ ਕਹਿੰਦਾ ਵੀ ਉਹ ਵੀ ਉੱਥੇ ਵੀ ਹੋਣਾ ਚਾਹੀਦਾ, ਪਰ ਮੈਂਡੇਟਰੀ ਦਾ ਮਤਲਬ ਜਿਹੜਾ ਆ ਉਹ ਇਹ ਨਹੀਂ ਗਾ ਕਿ ਉਹਦੇ ਤੁਹਾਡੇ ਤੇ ਕੋਈ ਥੋਪਿਆ ਜਾ ਰਿਹਾ, ਤੁਹਾਡੀ ਆਪਣੀ ਸੇਫਟੀ ਵਾਸਤੇ ਆ। ਜੇ ਤੁਸੀਂ ਫਿਰ ਉਹੀ ਗੱਲ ਤਾਂ ਠੋਕਿਆ ਮੈਂ ਤਾਂ ਮਾਤਰ ਠੋਕਿਆ ਸਾਰਾ ਸੰਜੀ ਚੀਮਾ ਸਾਹਿਬ ਵਕੀਲ ਬੈਠਾ ਲੱਟ ਵੀ ਕੋਸਨ ਚੀਮਾ ਸਾਹਿਬ। ਹਾਂਜੀ ਸਰ, ਮੈਂ ਕੀ ਕਹਿ ਰਿਹਾ ਅੱਜ ਦੋ ਤਿੰਨ ਪੁਆਇੰਟ ਬੜੀ ਬਰੀਫਲੀ। ਪਹਿਲੀ ਤੇ ਗੱਲ ਇਹਨਾਂ ਨੇ ਸੁਖਰਾਜ ਜੀ ਨੇ ਕਿਹਾ ਕਿ ਕਨਵੋਏ ਤੇ ਮੈਂਡੇਟ ਦੀ ਗੱਲ ਕਰਨੀ ਹੈ। ਕਨਵੋਏ ਦੀ ਗੱਲ ਠੀਕ ਹੈ, ਇਹਨੂੰ ਰਾਈਟ ਹੈਗਾ, ਐਵਰੀਬਡੀ ਹੈਜ਼ ਰਾਈਟ ਟੂ ਪ੍ਰੋਟੈਸਟ ਕਰਨ, ਕੋਈ ਗੱਲ ਨਹੀਂ, ਪਰ ਇਹਨਾਂ ਦੀ ਗਿਣਤੀ ਮੁਤਾਬਕ 10% ਜੇ ਹੈਗਾ ਅਫੈਕਟਡ ਹੈ ਉਹ ਪ੍ਰੋਟੈਸਟ ਕਰ ਰਹੇ ਨੇ, ਉਹ ਕਰਨ ਅਸੀਂ ਸਪੋਰਟ ਕਰਦੇ ਹਾਂ, ਪਰ 90% ਨੂੰ ਅਫੈਕਟ ਨਾ ਕਰਨ, ਬਲੌਕੇਡ ਨਾ ਕਰਨ, ਆਪਣਾ ਪ੍ਰੋਟੈਸਟ ਕਰਨ। ਹੁਣ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਤੀ, ਹੈਲਥ ਕੇਅਰ ਵਰਕਰ ਕੇ ਉਹਨਾਂ ਨੂੰ ਅਲਾਉ ਕਰ ਦਿੱਤਾ। ਤੁਸੀਂ ਵੀ ਤੁਹਾਡੇ ਸਟਰੈਂਥ ਬਹੁਤ ਜ਼ਿਆਦਾ ਹੈਗਾ, ਤੁਸੀਂ ਸਟ੍ਰਾਈਕ ਤੇ ਚੱਲ ਜਾਓ, ਉਹਨਾਂ ਦਾ ਵਰਕ ਸਟਾਪ ਹੋ ਜਾ, ਹੋ ਸਕਦਾ ਤੁਹਾਡੀ ਗੱਲ ਮੰਨਣ, ਤੁਸੀਂ ਬਾਕੀ 90% ਪਾਪੂਲੇਸ਼ਨ ਨੂੰ ਕਿਉਂ ਅਫੈਕਟ ਕਰਦੇ ਹੋ? ਲਾਸਟਲੀ ਮੈਂਡੇਟ ਤੇ ਮੈਂ ਗੱਲ ਕਰਾਂਗਾ। ਮੈਂਡੇਟ ਜਿਵੇਂ ਬਾਕੀਆਂ ਨੇ ਵੀ ਕਿਹਾ ਕਿ ਜਿੱਥੇ ਲੋੜ ਹੁੰਦੀ ਉੱਥੇ ਕਈ ਚੀਜ਼ਾਂ ਸਾਨੂੰ ਮੈਂਡੇਟ ਕਰਨੀਆਂ ਪੈਂਦੀਆਂ। ਹੁਣ ਮੇਰਾ ਰਾਈਟ ਹੈ, ਫਰੀडम ਹੈ, ਚਾਰਟਰ ਹੈ, ਆਈ ਵਾਂਟ ਟੂ ਡਰਿੰਕ ਐਂਡ ਡਰਾਈਵ, ਮੈਂ ਕਹੂੰਗਾ ਕਿ ਮੈਂ ਨਹੀਂ ਡਰਾਈਵ ਸੇਵ ਕਰੂੰਗਾ, ਕਿਸੇ ਨੂੰ ਇਫੈਕਟ ਨਹੀਂ ਕਰਦਾ। ਕਿਉਂ ਲਾਭ ਬਣੇ ਨੇ, ਕਿਉਂ ਸਾਡੇ ਤੇ ਮੈਂਡੇਟਰੀ ਕੀਤਾ ਹੋਇਆ? ਵਾਈ ਵੀ ਕੈਨਟ ਡੂ ਦੈਟ? ਸੋ ਕੁਝ ਚੀਜ਼ਾਂ ਪਬਲਿਕ ਇੰਟਰਸਟ ਦੇ ਵਿੱਚ ਸਾਨੂੰ ਮੈਂਡੇਟ ਵੀ ਲਿਆਉਣਾ ਪੈਂਦਾ, ਦੈਟਸ ਵਾਈ ਲਾ ਸਕਦੇ। ਪਬਲਿਕ ਇੰਟਰਸਟ ਦੇ ਵਿੱਚ ਜਿਹੜਾ ਟਰੱਕਰ ਆ ਜੀ, ਉਹ ਉਸ ਦਿਨ ਇਹਨਾਂ ਨੂੰ ਚੇਤਾ ਭੁੱਲ ਗਿਆ ਸੀਗਾ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਮੁਕਤ ਦਾ ਹੀਰੋ ਬਣਾ ਕੇ ਇਹਨਾਂ ਨੂੰ ਵੈਕਸੀਨੇਟ ਨਹੀਂ ਕੀਤਾ ਗਿਆ ਸੀ। ਜਾਂ ਹੁਣ ਇਹ ਜਿਹੜਾ ਟਰੱਕਰ ਆ ਹੁਣ ਇਹ ਇਹਨਾਂ ਦੇ ਵਾਸ਼ਰੂਮ ਤੱਕ ਬੰਦ ਕੀਤੇ ਗਏ ਕਿ ਉਹ ਪਬਲਿਕ ਇੰਟਰਸਟ ਦੇ ਵਿੱਚ ਸੀਗਾ। ਔਰ ਜੇ ਹੁਣ ਮੈਂ ਕਹਿ ਦਵਾਂ ਕਿ ਹੁਣ ਜਿਹੜਾ ਟਰੱਕਰ ਆ ਉਹ ਸਿੱਧਾ ਐਕਸਪੋਜ਼ ਨਹੀਂ ਹੁੰਦਾ ਤਾਂ ਕੀ ਇਹ ਸਰਕਾਰਾਂ ਨੂੰ ਏਡੀ ਕੀ ਇਹਦੇ ਵਿੱਚ ਹੋ ਹੱਲਾ ਪੈ ਗਿਆ ਸੀ? ਔਰ ਮੈਂ ਦੱਸ ਦਿਆਂ, ਤੁਸੀਂ ਯੂਐਸ ਦੀ ਗੱਲ ਕਰਦੇ ਆ, ਮਾਰਚ ਦੇ ਵਿੱਚ ਬਹੁਤ ਵੱਡਾ ਕਨਵੋਏ ਯੂਐਸ ਤੋਂ ਸਟਾਰਟ ਹੋਣ ਜਾ ਰਿਹਾ ਆ। ਉਸ ਚੀਜ਼ ਦਾ ਫਿਰ ਕੌਣ ਜ਼ਿੰਮੇਵਾਰ ਆ ਜੀ? ਉਹਦੇ ਵੀ ਉਹ ਜ਼ਿੰਮੇਵਾਰ ਹੈ ਜਿਹੜੇ ਸਮਝਦੇ ਆ ਕਿ ਵਾਇਰਲ ਬਿਮਾਰੀ ਜਿਹੜੀ ਆ ਇਹ ਕੁਛ ਨਹੀਂ, ਇਹ ਐਵੇਂ ਹੀ ਆ। ਆਪਾਂ ਜੇ ਬੰਦਾ ਮਾਰ ਫਿਰ ਮੈਂ ਇੱਕ ਵਾਰੀ ਮੈਂ ਵੀ ਕੁਝ ਗੱਲ ਕਹਿਣੀ ਚਾਹੂੰਗਾ ਸਰ ਜੀ, ਇੱਕ ਮਿੰਟ ਮੈਂ ਵੀ ਕੁਝ ਗੱਲ ਕਰਨਾ ਐਡ ਕਰਨਾ ਚਾਹੁੰਦਾ। ਜੇ ਬੰਦੇ ਮਰ ਵੀ ਜਾਂਦੇ ਆ ਤੇ ਕੋਈ ਗੱਲ ਨਹੀਂ, ਉੱਥੇ ਕਿੰਨੇ ਗੰਗਾ ਦਰਿਆ ਦੇ ਵਿੱਚ ਰੁੜ ਕੇ ਆ ਰਹੇ। ਆਪਾਂ ਗੰਗਾ ਦੀ ਗੱਲ ਹੀ ਨਹੀਂ ਕਰਦੇ ਜੀ, ਅਸੀਂ ਡਿਵੈਲਪ ਕੰਟਰੀਆਂ ਦੇ ਵਿੱਚ ਰਹਿੰਦੇ। ਮੈਂ ਨਾਰਥ ਅਮਰੀਕਾ ਦੀ ਗੱਲ ਕਰੂੰਗਾ, ਮੈਂ ਬਿਲਕੁਲ ਕਿਸੇ ਗੰਗਾ ਦੀ, ਜਮਨਾ ਦੀ, ਮੈਂ ਇੰਡੀਆ ਦੀ ਜਾਂ ਉਸ ਕੰਟਰੀਆਂ ਦੀ ਮੈਂ ਗੱਲ ਨਹੀਂ ਕਰਦਾ। ਮੈਂ ਜਿਸ ਕੰਟਰੀ ਦਾ ਸਿਟੀਜ਼ਨ ਆ, ਮੈਂ ਜਿਸ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਿਹਾ, ਮੈਂ ਉੱਥੇ ਦੀਆਂ ਸਿਟੀਜ਼ਨ ਛੱਡ ਚੁੱਕਾ ਆ। ਮੈਨੂੰ ਮੇਰੇ ਆਪਣੇ ਕੰਟਰੀ ਪ੍ਰਤੀ ਇੱਥੇ ਖੜਨ ਲਈ, ਆਪਣੇ ਲੋਕਾਂ ਦੇ ਨਾਲ ਉਹਨਾਂ ਦੀ ਗੱਲ ਕਰਨ ਦਾ ਮੈਂ ਰੱਖੂਗਾ ਇੱਥੇ ਦਾ ਕੰਮ ਜੀ। ਪਲੀਜ਼ ਸਤਨਾਮ ਪਲੀਜ਼ ਸਤਨਾਮ ਇੱਕ ਮਿੰਟ ਦੇਖੋ, ਗੱਲ ਇਹ ਆ ਕਿ ਆਪਾਂ ਨਾ ਸਿਰਫ ਇੱਕੋ ਚੀਜ਼ ਦੇ ਉੱਪਰ ਪਏ ਹੋਏ ਆ ਵੀ ਵੈਕਸੀਨੇਸ਼ਨ ਲਵਾ ਲਓ। ਮੈਨੂੰ ਇਹ ਗਾਰੰਟੀ ਲਿਖ ਕੇ ਦੇ ਦੇਣ ਸਰ ਜੀ ਹੋਣੀ ਕਿ ਤੁਸੀਂ 2 ਵੈਕਸੀਨੇਸ਼ਨ ਲਵਾ ਲਿਓ, ਤੁਹਾਨੂੰ ਕਰੋਨਾ ਨਹੀਂ ਹੋਊਗਾ। ਮੈਂ ਕਹੂੰਗਾ ਵਿਸ਼ਵਾਸ ਡਾਕਟਰ ਜੀ ਕੁਮਾਰ ਜੀ ਨੂੰ ਮੌਕਾ ਹੀ ਨਹੀਂ ਦਿੱਤਾ, ਕੁਮਾਰ ਸਾਹਿਬ ਨੂੰ। ਬੋਲੋ ਲੀਡਰ। ਹਾਂਜੀ, ਗੱਲ ਮੈਂ ਆਪਣੇ ਨਾ ਭਰਾਵਾਂ ਨਾਲ ਸਹਿਮਤ ਹਾਂ ਕਿ ਜਿਹੜਾ ਇਮਿਊਨ ਸਿਸਟਮ ਹੈ ਨਾ, ਉਹ ਇਮਿਊਨ ਸਿਸਟਮ ਸਾਰਿਆਂ ਦਾ ਵੱਖਰਾ ਹੈ। ਠੀਕ ਹੈ। ਇਸ ਕਰਕੇ ਜਿਹੜੀ ਮੈਂਡੇਟਰੀ ਗੱਲ ਆ ਪਿਸ਼ੌਰਾ ਜੀ ਕਰਦੇ ਨੇ ਜਾਂ
ਚਾਵਲਾ ਆਪਣੇ ਵਕੀਲ ਸਾਹਿਬ ਜੀ ਕਰਦੇ ਨੇ, ਹਾਂ, ਉਹ ਜਿਹੜੀਆਂ ਗੱਲਾਂ ਹੈਗੀਆਂ, ਦੇਖੋ ਇਹਦੇ ਵਿੱਚ ਕੋਈ ਇਹ ਸਾਇੰਟਿਫਿਕ ਗੱਲਾਂ ਜ਼ਰੂਰ ਕਰਦੇ ਨੇ। ਤੁਸੀਂ ਲਾਇਆ ਨਾ CDC ਸਿਰਫ 11 ਬੰਦਿਆਂ ਦੀ ਐਡਵਾਈਜ਼ਰੀ ਕਮੇਟੀ ਆ, ਉਹਨਾਂ ਨੂੰ ਵੀ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਪੇ ਕਰਦੀਆਂ। ਜਿਹੜੀ ਸੱਚਾਈ ਆ, ਉਹ ਸੱਚਾਈ ਸਾਡੇ ਸਾਹਮਣੇ ਨਹੀਂ ਆ ਰਹੀ। ਉਹ ਜਿਹੜੇ ਬੰਦਿਆਂ ਨੇ 3 ਬੂਸਟਰ ਲਵਾ ਲਿਆ, ਉਹਨਾਂ ਨੂੰ ਵੀ ਕੋਵਿਡ ਹੋ ਰਿਹਾ। ਚਲੋ ਇਹ ਨਹੀਂ ਹੈ, ਉਹ ਤਾਂ ਹੋ ਸਕਦਾ। 4 ਲੱਗਣਗੇ, 5 ਲੱਗਣਗੇ, 6 ਲੱਗਣਗੇ। ਉਹ ਮੈਂਡੇਟਰੀ ਸ਼ਬਦ ਨਹੀਂ ਹੋਣਾ ਚਾਹੀਦਾ। ਜਿਹੜਾ ਬੰਦਾ ਬਿਮਾਰ ਹੋ ਆਪਣੀ ਡਾਕਟਰ ਕੋਲ ਜਾਵੇ, ਟੇਕ ਕੇਅਰ ਕਰੇ ਆਪਣੇ ਆਪ, ਠੀਕ ਹੈ ਨਾ। ਜੀ ਤੁਸੀਂ ਲਵਾਇਆ ਕਿ ਨਹੀਂ? ਹੈ ਮੈਨੂੰ ਇੰਡੀਆ ਜਾਣਾ ਪਿਆ, ਕਹਿੰਦੇ ਉਹ ਤੋਂ ਬਿਨਾਂ ਜਾ ਨਹੀਂ ਸਕਦਾ। ਜੌਨਸਨ ਐਂਡ ਜੌਨਸਨ ਦਾ ਇੱਕ ਲਵਾਇਆ ਸੀ। ਤੁਹਾਨੂੰ ਕਿਹਨੇ ਕਿਹਾ ਸੀ ਇੰਡੀਆ ਜਾਓ, ਤੁਸੀਂ ਨਾ ਜਾਂਦੇ? ਲਵਾਇਆ ਹੈ ਨਾ, ਤੇ ਇਹ ਜਿਹੜਾ ਇੰਡੀਆ ਨਾ ਜਾਂਦੇ, ਮੇਰੀ ਫਰੀडम ਦੇ ਉੱਤੇ ਇਹ ਸਿੱਧਾ ਚੈਲੰਜ ਆ। ਮੇਰੀ ਫਰੀडम ਨੂੰ ਇਹ ਲਫ਼ਜ਼ ਕਹਿ ਦੇਣਾ ਕਿ ਮੈਂ ਦੁਨੀਆ 'ਚ ਆਪਣੇ ਘਰ ਦੇ ਅੰਦਰ ਵੜ ਕੇ ਬਹਿ ਜਾਵਾਂ, ਫਰੀडम ਕਿਸੇ ਨੇ ਨਹੀਂ ਡੱਕਿਆ। ਆਪਾਂ ਸਾਰਿਆਂ ਨੂੰ ਆਪਸ਼ਨ ਦਿੱਤੀ ਹੈਗੀ, ਸਾਰੇ ਜਾਣਦਾ ਹੈਗਾ। ਜਿੱਥੇ ਆਪਸ਼ਨ ਤੁਸੀਂ ਫਰੀडम ਦੀ ਗੱਲ ਕੀਤੀ ਆ ਕਿ ਜੇ ਮੈਂ ਯਾਨੀ ਕਿ ਇੰਜੈਕਸ਼ਨ ਇਹ ਸਾਰੇ ਨਹੀਂ ਲੈਣਾ, ਮੇਰੇ ਕੋਲ ਵੈਕਸੀਨ ਪਾਸਪੋਰਟ ਨਹੀਂ ਹੈਗਾ, ਇਟ ਮੀਨਸ ਮੇਰੀ ਫਰੀडम ਖਤਮ। Why not we can promote that when vaccination is the safety for all Canadians? ਫਿਰ ਸਰਕਾਰਾਂ ਦਾ ਡਬਲ ਸਟੈਂਡਰਡ ਫਿਰ ਦੂਜੇ ਪਾਸੇ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ। ਉਹ ਵੈਕਸੀਨ ਨਹੀਂ ਲੈਂਦੀ ਤਾਂ ਉਹ ਕੋਵਿਡ ਨੂੰ ਕਿੰਨਾ ਸਪਰੈਡ ਕਰੂਗੀ, ਜਿਹੜੀ ਸਿੱਧਾ ਫੇਸ ਕਰਦੀ ਆ। ਤੁਹਾਡੀਆਂ ਸਰਕਾਰਾਂ ਫਿਰ ਉਹ ਡਾਕਟਰ ਨਰਸਿਸ ਨੂੰ ਤਾਂ ਮੈਂਡੇਟ ਤੋਂ ਖਤਮ ਕਰ ਦਿੰਦੀਆਂ, ਉਹਨਾਂ ਲਈ ਤਾਂ ਉਹਨਾਂ ਕੋਲ ਸਬਸਟੀਟਿਊਟ ਹੈ ਕੋਈ ਨਹੀਂ, ਤੇ ਇੱਕ ਫੜ ਲਿਆ ਮੁੜ ਕੇ ਘੁੰਮ ਘੁਮਾ ਕੇ ਟਰੱਕਰ। ਚਲੋ ਟਰੱਕ ਜਿੱਥੇ ਸਬਸਟੀਟਿਊਟ ਹੈ ਉੱਥੇ ਸਰ ਚੱਲੇਗਾ ਹੀ। ਉੱਥੇ ਜੇ ਉਹਨਾਂ ਕੋਲ ਸਬਸਟੀਟਿਊਟ ਨਾ ਹੋਇਆ ਤਾਂ ਉੱਥੇ ਆਪੇ ਉਹ ਕਰਨਗੇ। ਫਿਰ ਉਸ ਚੀਜ਼ ਜੀਵਨ ਜੀ ਇਹਨਾਂ ਸਰਕਾਰਾਂ ਦੇ ਫਿਗਰ ਦੱਸ ਦਿੰਦਾ, ਇਹਨਾਂ ਸਰਕਾਰਾਂ ਦੇ ਫਿਗਰ ਦੱਸ ਦਿੰਦਾ, 18,000 ਟਰੱਕਰ ਸ਼ਾਰਟ ਚੱਲ ਰਿਹਾ ਆ, ਸਪਲਾਈ ਚੇਨ ਅੱਗੇ ਹਿੱਲੀ ਪਈ ਆ, ਸ਼ੈਲਫ ਦੇ ਉੱਤੋਂ ਫੂਡ ਖਤਮ ਹੋ ਰਿਹਾ। ਸਰਕਾਰਾਂ ਨੂੰ ਸਰਕਾਰਾਂ ਨੂੰ ਸਿਹਰਦਤਾ ਦੇ ਨਾਲ ਪਿਆਰ ਨਾਲ ਐਜੂਕੇਟ ਕਰਨਾ ਚਾਹੀਦਾ ਕਿ ਮੈਂਡੇਟ ਕਰਨੇ ਚਾਹੀਦੇ ਆ, ਠੀਕ ਆ, ਦਿਖਾਉਣੀ ਚਾਹੀਦੀ ਆ। ਬਟ ਜਿਹੜੀ ਚੀਜ਼ ਤੇ ਹੁਣ ਅਸੀਂ ਡਿਸਕਸ਼ਨ ਕਰ ਰਹੇ ਹੈਗੇ ਆ, ਵੀ ਆਰ ਹਾਂ ਵੀ ਪਹਿਲੀ ਗੱਲ ਹੈਗੀ ਆ ਵੀ ਵੈਕਸੀਨੇਸ਼ਨ ਸੇਫਟੀ ਪੁਆਇੰਟ ਹੈਗਾ ਕਿ ਨਹੀਂ ਹੈਗਾ। ਜੇ ਤੁਸੀਂ ਲਵਾਇਆ ਹੈਗਾ ਇਹਦਾ ਮਤਲਬ ਤੁਸੀਂ ਇਹ ਸੋਚ ਕੇ ਲਵਾਇਆ ਹੈਗਾ ਵੀ ਦਿਸ ਇਜ਼ ਸੇਫਰ ਫॉर ਯੂ ਐਂਡ ਸੇਫਰ ਫॉर ਯੂਅਰ ਕਮਿਊਨਿਟੀ। ਬਿਲਕੁਲ, ਪਰ ਜਿਹੜੇ ਆਮ ਪਬਲਿਕ ਨੂੰ ਮੈਂਡੇਟ ਤੋਂ ਜਿੱਥੇ ਸਰਕਾਰਾਂ, ਹੁਣ ਤੁਸੀਂ ਮੈਨੂੰ ਦੱਸੋ ਦੁਨੀਆ 'ਚ ਕੀ ਹੋ ਰਿਹਾ? ਇੰਗਲੈਂਡ ਆ ਕੇ ਕਿੱਥੇ ਖੜ ਗਿਆ ਅੱਜ ਦੀ? ਅਸੀਂ ਕਰਾਉਣੇ ਕਿ ਨਹੀਂ ਕਰਾਉਣੇ? ਨਹੀਂ, ਮੇਰੀ ਲਾਈਫ ਇੰਸ਼ੋਰੈਂਸ ਕੋਈ ਮੈਂਡੇਟਰੀ ਨਹੀਂ। ਉਹ ਪਰਸਨਲ ਚੁਆਇਸ ਹੈਗੀ, ਕਿਉਂਕਿ ਤੁਸੀਂ ਉਹ ਆਪਦੀ ਫੈਮਿਲੀ ਵਾਸਤੇ ਕਰਨਾ, ਉਹਦੇ ਤੇ ਕਿਸੇ ਨੇ ਪੈਸੇ ਨਹੀਂ ਲੈਣਾ। ਹੈਲਥ ਵਰਕਰ ਦੀ ਪਰਸਨਲ ਚੁਆਇਸ ਰੱਖਣੀ ਸਰਕਾਰਾਂ ਨੇ। ਉੱਥੇ ਜੇ ਗਵਰਨਮੈਂਟਾਂ ਨੇ ਗਲਤ ਰੂਲ ਪਾਸ ਕੀਤਾ, ਬਟ ਉਹਨੂੰ ਚੀਮਾ ਸਾਹਿਬ 1 ਮਿੰਟ, ਗੁਪਤਾ ਜੀ ਦੈਨ 1 ਮਿੰਟ ਐਵਰੀਬਾਡੀ ਪਲੀਜ਼। ਕੋਈ ਗੱਲ ਨਹੀਂ ਹੈ। ਮੈਂ ਇੱਕੋ ਕਮੈਂਟ ਤੇ ਕਰਾਂ, ਲਾਈਫ ਇੰਸ਼ੋਰੈਂਸ ਮੈਂਡੇਟਰੀ ਨਹੀਂ ਹੈ ਪਰ ਆਟੋ ਇੰਸ਼ੋਰੈਂਸ ਮੈਂਡੇਟਰੀ ਹੈ, ਬਿਕਾਜ਼ ਦੈਟ ਅਫੈਕਟਸ ਦੀ ਅਦਰਸ। ਤੁਸੀਂ ਆਪਣੇ ਲਈ ਨਹੀਂ, ਪਰ ਤੁਹਾਡੀ ਜਿਹੜੀ ਤੇ ਵੈਕਸੀਨੇਸ਼ਨ ਨਹੀਂ ਮੈਂਡੇਟਰੀ ਰਹੀ ਹੈ ਕਿ ਤੁਸੀਂ ਦੂਜਿਆਂ ਨੂੰ ਅਫੈਕਟ ਕਰੋਗੇ। ਦੈਟਸ ਵਾਈ ਇਟਸ ਮੈਂਡੇਟਰੀ, ਤੁਹਾਡੇ ਪਰਸਨਲ ਵਾਸਤੇ ਨਹੀਂ ਹੈ ਮੈਂਡੇਟਰੀ। ਓਕੇ ਗੁਪਤਾ ਜੀ ਯਾਰੀ ਜੀ, ਮੈਂ ਸਿਰਫ ਇੱਕ ਗੱਲ ਕਰਨੀ ਹੈ ਕਿ ਜੇ ਵਧੀਆ ਚੀਜ਼ਾਂ ਉਹ ਕਰੋ। ਜੇ ਟਰੱਕ ਵਾਲੇ 90% ਨੇ ਕਿਉਂ ਵੈਕਸੀਨ ਲਗਾਈ ਜੇ ਗਲਤ ਹੈ? ਇਹਦੇ 2 ਕੰਪੋਨੈਂਟ ਹੈ, ਇੱਕ ਸੋਸ਼ਲ ਹੈ, ਇੱਕ ਇਕਨੋਮਿਕ। ਸੋ 10% ਨੂੰ ਪਨਿਸ਼ਮੈਂਟ ਦੇਣੀ ਚਾਹੀਦੀ, ਜੇਲ੍ਹ ਕਰ ਦਈਏ ਉਹਨਾਂ ਨੂੰ। ਉਹ ਤੇ ਮੇਰੇ 90% ਗਲਤ ਹੈ। ਓਕੇ ਦੈਟਸ ਫਾਈਨ। ਓਕੇ ਇਹਦੇ ਪਿੱਛੇ ਜਿਹੜੀ ਹੈਗੀ ਹੈ ਵਾਈਟ ਸੁਪਰਮੇਸੀ ਚੱਲ ਰਹੀ ਹੈਗੀ ਆ, ਉਹ ਇਹ ਬ੍ਰੇਕ ਕਰਨਾ, ਕੰਟਰੀਆਂ ਨੂੰ ਬ੍ਰੇਕ ਕਰਨਾ ਚਾਹ ਰਹੀ ਹੈਗੀ ਆ। ਦੈਟ ਇਜ਼ ਵਾਟ ਇਟ ਇਜ਼ ਆਲ ਅਬਾਊਟ। ਜੀਵਨ ਜੀ, ਟੋਰਾਂਟੋ ਕਿਤੇ ਗਰਾਊਂਡ ਦੇ ਉੱਤੇ ਰੈਲਿਟੀ ਤੇ ਆ ਕੇ ਦੇਖਿਓ, ਕੱਲ ਜਿਹੜੇ ਆ ਵਾਈਟ ਸੁਪਰਮੈਸਿਸਟ ਟੋਰਾਂਟੋ ਦੇ ਵਿੱਚ ਦੇਖ ਲੈਂਦੇ ਉਹ ਸੀਗੇ। ਚਲੋ ਉਹਦਾ ਕੋਈ ਫਰਕ ਨਹੀਂ, ਪਰ ਉੱਥੇ ਆਪਣੀ ਕਮਿਊਨਿਟੀ ਦਾ ਵਾਈਟ ਸੁਪਰਮੈਸਿਸਟ ਦਾ ਨਾਮ ਦੇ ਕੇ ਇਸ ਚੀਜ਼ ਨੂੰ ਲਾਂਭੇ ਹੋ ਜਾਣਾ, ਇਹ ਇੱਕ ਜ਼ਿੰਮੇਵਾਰ ਕੈਨੇਡੀਅਨ ਦਾ ਇਹ ਨਹੀਂ ਹੈਗੀ। ਮੈਂ ਜੀ ਇੱਕੋ ਗੱਲ ਕਹਿਣੀ ਚਾਹੂੰਗਾ ਲਾਸਟ ਦੇ ਵਿੱਚ, ਕੋਈ ਵੀ ਕੈਰੀ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਚਾਹੇ ਉਹ ਲਾਇਸੈਂਸ ਆ, ਚਾਹੇ ਉਹ ਗਨ ਆ, ਚਾਹੇ ਹੋਰ ਕੋਈ ਚੀਜ਼ ਆ, ਉਹ ਮੈਂਡੇਟਰੀ ਹੋ ਸਕਦੀਆਂ ਆ ਵੀ ਉਹਦੇ ਪਰ ਲਾਇਸੈਂਸ ਲੈਣੇ, ਪਰ ਬੋਡੀ ਵਾਸਤੇ ਉਹ ਸਾਡੀ ਆਪਣੀ ਬੋਡੀ ਆ, ਉਹਦੇ ਪਰ ਕੋਈ ਮੈਂਡੇਟ ਨਹੀਂ ਹੋ ਸਕਦੀ। ਸਾਡੀ ਬੋਡੀ, ਅਸੀਂ ਇੰਜੈਕਸ਼ਨ ਲੈਣਾ ਜਾਂ ਨਹੀਂ ਲੈਣਾ, ਜਾਂ ਕੋਈ ਵੀ ਦਵਾਈ ਖਾਣੀ ਜਾਂ ਨਹੀਂ ਖਾਣੀ, ਉਹ ਕਦੇ ਵੀ ਨਹੀਂ ਹੋ ਸਕਦਾ। ਸੋ ਇਹ ਬਿਲਕੁਲ ਗਲਤ ਆ ਵੀ ਤੁਸੀਂ ਲਾਇਸੈਂਸ
ਤੁਸੀਂ दारू ਪੀ ਕੇ ਆ ਕਹਿੰਦੇ ਜਾਂ ਕੁਝ ਵੀ, ਜਿਹੜੀ ਬੋਡੀ ਦੇ ਅੰਦਰ ਚੀਜ਼ ਜਾਂਦੀ ਨਾ ਉਹਦੇ ਪਰ ਮੈਂਡੇਟ ਨਹੀਂ ਹੋ ਸਕਦੀ। ਇਹ ਰਾਈਟ ਆ, ਬਿਲਕੁਲ ਰਾਈਟ ਆ। ਗੁੱਡ ਪੁਆਇੰਟ ਆ। ਪਿਸ਼ੌਰਾ ਸਿੰਘ ਜੀ 1 ਮਿੰਟ, ਪਿਸ਼ੌਰਾ ਜੀ, ਗੁਪਤਾ ਜੀ। ਸਤਨਾਮ ਜੀ, ਭਾਜੀ ਸੰਧੂ ਸਾਹਿਬ ਤੇ ਸਤਨਾਮ ਜੀ, ਸਾਨੂੰ ਤੁਹਾਡੀ ਸੇਫਟੀ ਜਿਹੜੀ ਹੈ ਨਾ ਉਹਦੇ ਲਈ ਦੁਆਵਾਂ ਕਰਦੇ ਆ। ਇਹ ਬੜਾ ਡੇਂਜਰਸ ਪ੍ਰੋਫੈਸ਼ਨ ਹੈ। ਮੈਂ ਤਾਂ ਕਾਰ 'ਚ ਜਾਂਦਾ ਹਾਂ ਨਾ, ਮੈਂ ਸ਼ਾਪਿੰਗ ਕਰਨ ਵੀ ਜਾਂਦਾ ਤੇ ਆ ਕੇ ਨਾ ਸ਼ੁਕਰ ਕਰੀਦਾ ਵੀ ਸੇਫਟੀ ਜਿਹੜੀ ਹੈ ਨਾ ਆ ਕੇ ਤੁਸੀਂ 24 ਘੰਟੇ ਜਿਹੜੇ ਪਤਾ ਨਹੀਂ ਕਿੱਧਰ ਨੂੰ ਜਾਣਾ ਤੇ ਕੋਈ ਐਡਰੈਸ ਦਾ ਵੀ ਨਹੀਂ ਪਤਾ, ਕੋਈ ਕਿੱਧਰ ਮੁਲਕ ਦਾ ਵੀ ਨਹੀਂ ਪਤਾ, ਸਟੇਟ ਦਾ ਵੀ ਨਹੀਂ ਪਤਾ, ਜਿੱਧਰ ਜਾਂਦੇ ਹੋ। ਸਾਡੇ ਵੱਲੋਂ ਤੁਹਾਨੂੰ ਸ਼ੁਭ ਸ਼ਾਮਾਂ ਦੁਆਵਾਂ ਨੇ। ਇਹ ਜੋ ਕੁਝ ਮੈਂਡੇਟਰੀ ਕੰਮ ਆ ਇਹ ਤੁਹਾਡੇ ਪਰਿਵਾਰਾਂ ਲਈ, ਸਾਡੇ ਸਾਰਿਆਂ ਦੀ ਹਿੱਸਾ। ਇਹ ਜਿਹੜੀ ਲੜਾਈ ਆ ਮੈਨੂੰ ਇਹ ਲੱਗਦਾ ਇਟ ਇਜ਼ ਐਂਟੀ ਸਾਇੰਸ, ਜਿਹੜੀ ਇੱਥੋਂ ਅਮਰੀਕਾ ਤੋਂ ਸ਼ੁਰੂ ਹੋਈ। ਬੜੀ ਸ਼ਰਮ ਵਾਲੀ ਗੱਲ ਹੈ ਕਿ ਅਮਰੀਕਾ ਜਿਹਨੂੰ ਸਾਇੰਸ ਨੇ ਜਿਹੜਾ ਹੈ ਨਾ ਉਹ ਅਮਰੀਕਾ ਬਣਾਇਆ, ਇੱਥੇ ਕਿਹੋ ਜਿਹਾ ਗਰੁੱਪ ਵੱਡਾ ਉਹਨਾਂ ਨੇ ਖੜਾ ਕਰ ਦਿੱਤਾ ਵਿਚ ਹੂ ਇਜ਼ ਐਂਟੀ ਸਾਇੰਸ, ਤੇ ਇਹ ਦੇ ਆਰ ਬਾਉਂਡ ਟੂ ਫੇਲ। ਓਕੇ, ਥੈਂਕ ਯੂ ਵੈਰੀ ਮਚ ਫॉर एवरीबॉडी। ਬੜਾ ਸਤਨਾਮ ਜੀ ਤੇ ਸੰਧੂ ਸਾਹਿਬ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ। ਥੈਂਕ ਯੂ ਸੋ ਮਚ, ਥੈਂਕ ਯੂ ਟਾਕਿੰਗ ਟੂ ਐਂਡ ਤੇ ਮੈਨੂੰ ਥੋੜਾ ਜਿਹਾ ਇੱਕ ਚੀਜ਼ ਆਬਜ਼ਰਵ ਕਰਦਾ ਹੈਗਾ, ਚਾਹੇ ਮੈਂ ਕੈਨੇਡਾ ਚਲੇ ਜਾਵਾਂ, ਇੰਗਲੈਂਡ ਦੇਖ ਲਓ, ਚਾਹੇ ਇੱਥੇ ਦਾ ਲੈ ਲਓ, ਇੱਕ ਡੈਮੋਕ੍ਰੇਟ ਦੇ ਇੱਕ ਪਾਸੇ 100% ਹੀ ਤੇ ਰਿਪਬਲਿਕਨ ਇੱਕ ਪਾਸੇ ਨੂੰ ਭੱਜਦੇ ਆ, ਤੇ ਟੋਰਾਂਟੋ ਦੇ ਵਿੱਚ ਚਲੇ ਜਾਓ ਉਹ ਕੰਜ਼ਰਵੇਟਿਵ ਵਾਲੇ ਲੱਗ ਲੱਗੇ ਹੋਏ ਆ। ਇਹ ਨਹੀਂ ਸਮਝ ਆਈ ਵੀ ਇਹਦਾ ਸਟੈਂਡਸ ਹੈਗੇ ਆਪਦੇ how they can be in a power, that is one thing, but at the end I will also say like vaccination is the safety for all Canadians, and the behavior protester has been disappointing, like that is what disappointing to us। ਅਸੀਂ ਇੰਨੀ ਚੰਗੀ ਕੰਟਰੀ ਚ ਆ ਕੇ ਰਹਿ ਰਹੇ ਹੈਗੇ ਆ, ਸਾਨੂੰ ਪੀਸਫੁਲੀ ਜਿੰਨਾ ਮਰਜ਼ੀ ਤੁਸੀਂ ਕਰੋ, nobody stops you, but like ਜਦੋਂ ਜਿਹੜੀਆਂ ਚੀਜ਼ਾਂ ਹੁਣ ਆਪਾਂ ਕਈ ਚੀਜ਼ਾਂ ਆਪਾਂ maybe not agree on our point of different opinion ਹੋ ਸਕਦੇ ਹੈਗੇ ਆ, ਉਹ ਤੁਸੀਂ ਆਪਦੇ ਕੋਲੇ ਰੱਖੋ। ਜੇ ਨਹੀਂ ਤੁਸੀਂ ਲੈਣਾ ਹੈਗਾ, ਵੀ ਤੁਸੀਂ ਕਹਿੰਦੇ ਵੀ ਮੈਂ ਦਵਾਈਆਂ ਨਹੀਂ ਲੈਣੀਆਂ ਹੈਗੀਆਂ, ਕਿਉਂ ਨਹੀਂ ਉਹ ਲਿਖ ਕੇ ਦਿੰਦੇ ਵੀ ਹਾਂ ਵੀ ਭਾਈ ਅਸੀਂ ਮੈਡੀਕਲ ਫੈਸਿਲਿਟੀ ਨਹੀਂ ਯੂਜ਼ ਕਰਨੀ? ਕੋਈ ਲਿਖਣ ਨੂੰ ਤਿਆਰ ਹੈਗਾ? Nobody is willing to, ਕਿਉਂਕਿ ਇਸੇ ਕਰਕੇ ਕੈਨੇਡਾ ਨੂੰ ਅਸੀਂ ਭੱਜ ਰਹੇ ਹੈਗੇ ਆ, better than America, that ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਹੈਗਾ, nobody is want to protect everybody, that is what like everything is running around। We need to be more educated about this thing, like we don't protest on the false allegations, that is like one thing is bringing in or saying about these things। We need to be educated and go on from there। ਜੀਵਨ ਜੀ ਕੁਐਸਚਨ ਇਹ ਆ ਜਾਂਦਾ ਹੈਗਾ, ਰਿਪਬਲਿਕਨ ਐਂਡ ਡੈਮੋਕ੍ਰੈਟਿਕ, ਮੈਂ ਤਾਂ ਇਹ ਬਾਤ ਕਰ ਰਿਹਾ ਕੀ ਕੁਝ ਹੋ ਰਿਹਾ। ਅੱਛਾ, ਦੂਏ ਉਹਦੇ ਪਾਸੇ ਆ ਗਿਆ ਤੁਹਾਡੀ ਲਿਬਰਲ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਜਾਂ ਐਨਡੀਪੀ ਪਾਰਟੀ, ਇਹ ਬਿਲਕੁਲ ਹੀ ਜੋ ਚੱਲ ਰਿਹਾ। ਗੈਰੀ ਜੀ ਤੁਸੀਂ ਗੈਰੀ ਜੀ ਪਲੀਜ਼, ਆਲ ਰਿਪਬਲਿਕਨਸ ਨੇ ਯੂਐਸ ਚ ਟਿਕਟ ਲਵਾਏ। ਉਹ ਮੇਰੀ ਗੱਲ ਨਹੀਂ ਸਮਝਦੇ। ਨਹੀਂ ਇੱਕ ਮਿੰਟ, ਬਟ ਪਬਲਿਕ ਉਹ ਕਹਿੰਦੇ 2 ਲੱਗ ਜਾਣਗੇ, ਫਿਰ ਤੀਜਾ ਲਵਾਉਣਗੇ, ਕਹਿੰਦੇ ਬੱਚਿਆਂ ਦਾ ਇੰਪੋਰਟੈਂਟ ਹੋ ਜਾਣਗੇ। ਬਾਕੀ ਫਲੂ ਸ਼ਾਟ ਲੱਗਦੇ ਕਿ ਨਹੀਂ ਲੱਗਦੇ ਹੈਗੇ, ਆਪਾਂ ਲਵਾਉਣੇ ਹੈਗੇ ਆ, ਉਹ ਤੁਹਾਨੂੰ ਇਹ ਤੋਂ ਬਾਅਦ ਆਪਸ਼ਨ ਹੋ ਜਾਣੀ ਹੈਗੀ ਆ, ਵੀ ਜੇ ਤੁਸੀਂ ਲਵਾਉਣਾ 2 ਸਾਲਾਂ ਨੂੰ ਨਾ ਲਵਾਉਣਾ ਹੈਗਾ, that is what becomes the option। According to my research, there are a lot of people on radio program TV every say ਸਾਡੇ ਚਿਲਡਰਨ ਦਾ ਕੀ ਹੋਊਗਾ ਸਾਨੂੰ ਪਤਾ ਨਹੀਂ। ਇਹ ਮੈਡੀਸਨ ਹੈ ਟੈਂਪਰੇਰੀ, ਮੇਰੀ ਗੱਲ ਸੁਣ, 6-8 ਸਾਲ ਲੱਗਦੇ ਨੇ ਮੈਡੀਸਨ ਨੂੰ ਮਾਰਕੀਟ ਚ ਉਹਨੂੰ ਕਨਫਰਮ ਕਰਨ ਦੀ ਖਾਤਰ। ਕਾਰਾਂ ਜੀ ਆਪਣੀ ਇਹ ਨਾ ਜਿਹੜੀ ਡਬਲ ਇਹਨਾਂ ਦੀ ਪਾਲਿਸੀ ਜਾਂ ਸਟੈਪ ਬੈਕ ਹੋ ਜਾਣਾ ਜਦੋਂ ਜੀ ਕੀਤਾ। ਦੂਸਰੀ ਗੱਲ ਹੈ, ਜਿੱਦਣ ਮੈਂ ਵੈਕਸੀਨ ਲਵਾਈ ਸੀਗੀ, ਜਿਹੜਾ ਮੇਰੇ ਤੋਂ ਕੰਸੈਂਟ ਫਾਰਮ ਤੇ ਸਾਈਨ ਕੀਤਾ ਗਿਆ, ਇਹ ਫਾਈਜ਼ਰ, ਮੋਡਰਨਾ ਜਾਂ ਐਸਟਰਾਜੈਨੇਕਾ ਜਿਹੜੀਆਂ ਇੰਨੀਆਂ ਸੇਫ ਆ, ਤੇ ਫਿਰ ਇਹ ਲਾਉਣ ਨਾ, ਫਿਰ ਇਹ 18 ਸਾਲਾਂ ਤੇ ਆ ਕੇ ਇਦਾਂ ਦੀਆਂ ਸਟੇਟਮੈਂਟਸ ਕਿਉਂ ਦੇ ਰਹੀਆਂ? ਇਹ ਬਹੁਤ ਵੱਡਾ ਭੰਬਲ ਪੁੱਛਾ ਆ। ਆਪਣਾ ਜਿਹੜਾ ਕੰਟਰੀਜ਼ ਹੈ, ਇੱਥੇ ਦੀ ਜਿਹੜੀ ਸਪਲਾਈ ਚੇਨ ਆ ਟਰੱਕਰਸ ਦੇ ਨਾਲ, ਬਿਲਕੁਲ ਸਰਕਾਰਾਂ ਨੂੰ ਸਮੇਂ ਸਿਰ ਬੈਠ ਕੇ ਕੈਨੇਡੀਅਨ ਦੀ એનર્ਜੀ ਨੂੰ ਵੇਸਟ ਨਾ ਕੀਤਾ ਜਾਵੇ। ਇੰਨੀ ਠੰਡ ਦੇ ਵਿੱਚ ਉਸ ਪ੍ਰੋਟੈਸਟ ਦੇ ਵਿੱਚ 1 ਮੰਥ ਬੇਬੀ ਤੋਂ ਲੈ ਕੇ 90 ਸਾਲ ਦਾ ਉਹ ਟਰੱਕਰ ਨੇਗਾ ਦੇ ਵਿੱਚ 150 ਫੈਮਿਲੀ ਦੇ ਮੈਂਬਰ ਹੋਣ ਦੇ ਨਾਲ ਵੀ ਅਸੀਂ ਅੱਜ ਤੱਕ ਲੇਬਰ ਨੂੰ ਵੋਟਾਂ ਪਾਈਆਂ, ਟਰੂਡੋ ਸਾਹਿਬ ਨੂੰ ਜਿਤਾਇਆ। ਟਰੂਡੋ ਸਾਹਿਬ ਨੂੰ ਜਦੋਂ ਹਲੇ ਉਹ ਕੁਛ ਵੀ ਨਹੀਂ ਸੀਗੇ, ਮੈਂ ਖੁਦ ਉਹਨਾਂ ਨੂੰ ਮਿਸਟਿੰਗਾਂ ਕਾਰਾਂ ਓਪਨ ਕਨਵਰਟੀਬਲ ਰੈਂਟ ਤੇ ਕਰ ਕਰਕੇ ਉਹਨਾਂ ਦੇ ਨਾਲ ਜਾਂਦਾ ਰਿਹਾ ਸਰ ਜੀ। ਪਰ ਜਿੱਥੇ ਉਹ ਗਲਤ ਨੇ ਉੱਥੇ ਗਲਤ ਨੇ। ਮੇਰੀ ਗੱਲ ਸੁਣੋ ਪਹਿਲਾਂ, ਹੁਣ ਨਹੀਂ ਮੈਂ ਉਸੇ ਪੁਆਇੰਟ ਤੇ ਤੁਸੀਂ ਜੀਵਨ ਜੀ ਇੱਕ ਮਿੰਟ ਪਲੀਜ਼, ਇੱਕ ਮਿੰਟ ਗੱਲ ਸੁਣ ਲਓ, ਮੈਂ ਜਦ ਤੇ ਤੁਹਾਡੀ ਇੱਕ ਮਿੰਟ ਮੇਰੀ ਗੱਲ ਸੁਣੋ। ਖਹਿਰਾ, ਕਮਲ ਖਹਿਰਾ ਨੂੰ ਅਸੀਂ 3ਜੀ ਵਾਰ ਆਪਣੀ ਕਾਂਸਟੀਚੁਐਂਸੀ ਦੇ ਵਿੱਚੋਂ ਜਿਤਾਤਾ। ਅੱਜ ਪਹਿਲਾਂ ਜਦੋਂ ਸਾਨੂੰ ਦੀ ਲੋੜ ਪੈਂਦੀ ਸੀ ਨਾ, 1 ਸੈਕਿੰਡ ਚੋਂ ਖਹਿਰਾ ਜਿੱਦਾਂ ਦੀ ਮੰਤਰੀ ਬਣੀ ਆ, ਉਹ ਬਿਲਕੁਲ ਭੁੱਲ ਗਈ ਹੈ ਇੱਥੇ ਦੀ ਕੀ ਪ੍ਰੋਬਲਮਸ ਆ, ਬਰੈਂਪਟਨ ਦੀਆਂ ਕੀ ਹਾਲਾਤ ਨੇ। ਸ਼ੀ ਡੋਨਟ ਨੋ ਐਨੀਥਿੰਗ। ਉੱਥੇ ਜਾ ਕੇ ਮੰਤਰੀ ਬਣ ਗਈ।
ਅਗਲੀ ਵਾਰ ਵੋਟਾਂ ਲੈਣ ਤਾਂ ਸਾਡੇ ਕੋਲ ਹੀ ਆ ਸਾਡੇ that is what then we can ask her where are you that time when we call you madam so right now we can kick out her I am 100% agree ਜਿੱਥੇ ਸਾਨੂੰ ਪਤਾ ਹੈਗਾ ਸਾਨੂੰ ਉਹਨਾਂ ਤੋਂ ਕੁਐਸਚਨ ਕਰਨੇ ਚਾਹੀਦੇ ਹੈਗੇ that is where awareness comes in I am not talking about if I am liberal ਮੈਂ ਲਿਬਰਲ ਦੇ ਅਗੇਂਸਟ ਵੀ ਹੋਊਂਗਾ ਜਿੱਥੇ ਉਹ ਗਲਤ ਹੈਗੇ ਜੇ ਅੱਜ ਸਾਡੀ ਨਹੀਂ ਵਾਇਸ ਸੁਣ ਰਹੇ ਹੈਗੇ then they are wrong ਮੈਨੂੰ ਜੀਵਨ ਜੀ ਚਾਹੇ ਕੰਜ਼ਰਵੇਟਿਵ ਹੋਣ ਚਾਹੇ ਐਨਡੀਪੀ ਨਾ ਬੈਕ ਬੈਂਚਰਸ ਤੋਂ ਮੈਨੂੰ ਕੋਈ ਆਸ ਨਹੀਂ ਗੀ ਚਾਹੇ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ ਨਹੀਂ ਪਰ ਉਹਦਾ ਮੈਂ ਤੁਹਾਨੂੰ ਆਨਸਰ ਦੇ ਦਿੰਦਾ ਹੈਗਾ ਕਿਉਂਕਿ ਉਹਨਾਂ ਦਾ ਸਿਸਟਮ ਇਹੋ ਜਿਹਾ ਬਣਾਈ ਜਾ ਰਹੇ ਹੈਗੇ ਆ ਜਿਹੜਾ ਬੈਕ ਬੈਂਚਰ ਉੱਥੇ ਕੁਝ ਬੋਲ ਹੀ ਨਹੀਂ ਸਕਦਾ ਹੈਗਾ ਜਿੰਨਾ ਚਿਰ ਚਾਹੀਦੇ ਆ